Good morning everyone. So मैं प्रज्ञा चौहान अगेन ਤੁਹਾਡੇ ਵਾਸਤੇ ਜਿਹੜਾ ਹੈ ਸਕਿਨ ਐਨਾਲਿਸਿਸ ਦਾ ਪਾਰਟ 6 ਲੈ ਕੇ ਆਈ ਹਾਂ। ਸੋ ਥੈਂਕਸ ਕਰਨਾ ਚਾਹਾਂਗੇ ਮਿਸਟਰ ਵਿਜੇਂਦਰ ਧਵਨ ਜੀ ਦਾ, ਸ਼੍ਰੀ ਹਰਪ੍ਰੀਤ ਸਿੰਘ ਜੀ ਦਾ ਔਰ ਮੈਮ ਬਿਬਾ ਚੌਹਾਨ ਦਾ, ਜਿਨ੍ਹਾਂ ਕਰਕੇ ਨੀਮੀ ਦਾ ਪਲੇਟਫਾਰਮ ਮਿਲਿਆ ਹੈ ਔਰ ਮੈਂ ਆਪਣੇ ਲੈਕਚਰਸ ਜਿਹੜੇ ਇਹਦੇ ਤੇ ਪ੍ਰੋਵਾਈਡ ਕਰ ਪਾਈ ਹਾਂ। ਸੋ ਲਾਸਟ ਟਾਈਮ ਜਿਹੜਾ ਅਸੀਂ ਕਵਰ ਕੀਤਾ ਸੀ ਬੋਡੀ ਮਸਾਜ ਦਾ ਟੌਪਿਕ, ਕਿ ਬੋਡੀ ਮਸਾਜ ਕੀ ਹੁੰਦੀ ਹੈ, ਕਿਸ ਤਰ੍ਹਾਂ ਹੁੰਦੀ ਹੈ, ਕਿਹੜੀਆਂ ਮੂਵਮੈਂਟਸ ਹੁੰਦੀਆਂ ਹਨ। ਸੋ ਅੱਜ ਦਾ ਸਾਡਾ ਟੌਪਿਕ ਹੋਏਗਾ ਫੇਸ਼ੀਅਲ ਮਸਾਜ ਦੇ ਉੱਤੇ। ਸੋ ਫੇਸ਼ੀਅਲ ਮਸਾਜ ਬੇਸਿਕਲੀ ਹੁੰਦਾ ਕੀ ਹੈ? So facial massage, also known as facial, is one of the oldest therapeutic method which has many physiological and psychological benefits. A facial is a series of intensive treatments provided to the face, neck, upper chest and shoulder area. So facial basically ਕੀ ਹੈ ਕਿ ਜਿਹੜੇ psychological benefits ਦੇ ਨਾਲ physiological ਜਿਹੜੇ benefits ਹੁੰਦੇ ਨੇ ਉਹਦੇ ਨਾਲ ਜਿਹੜਾ ਹੈ ਇਹ ਬਹੁਤ ਪੁਰਾਣੇ ਟਾਈਮ ਤੋਂ ਚਲਦੀ ਆ ਰਹੀ ਟੈਕਨੀਕ ਹੈ, ਜਿਹਦੇ ਵਿੱਚ ਅਸੀਂ ਬੋਡੀ ਨੂੰ ਰਿਲੈਕਸ ਕਰਨੇ ਹਾਂ, ਮਾਈਂਡ ਨੂੰ ਵੀ ਰਿਲੈਕਸ ਕਰਨੇ ਹਾਂ, ਸਾਡੇ ਨਰਵਸ ਗਲੈਂਡ ਸਾਰੇ ਜਿਹੜੇ ਆ ਠੀਕ ਤਰ੍ਹਾਂ ਫੰਕਸ਼ਨ ਕਰਦੇ ਨੇ, ਈਵਨ ਸਾਡਾ ਬਲੱਡ ਸਰਕੂਲੇਸ਼ਨ ਅੱਛਾ ਹੁੰਦਾ ਹੈ। ਸੋ ਕਾਫੀ ਪੁਰਾਣੇ ਟਾਈਮ ਤੋਂ ਇਹ ਟਰੀਟਮੈਂਟ ਜਿਹੜਾ ਚੱਲਦਾ ਆ ਰਿਹਾ। ਈਵਨ ਕੁਛ ਏਲਮੈਂਟ ਹੈ ਬੋਡੀ ਨੂੰ, ਕੋਈ ਇੰਜਰੀ ਹੈ, ਕੁਛ ਡੈਫੀਸ਼ੀਐਂਸੀ ਹੈ, ਉਹਨਾਂ ਨੂੰ ਸਭ ਚੀਜ਼ਾਂ ਨੂੰ ਜਿਹੜਾ ਹੈ ਅਸੀਂ ਫੇਸ਼ੀਅਲ ਮਸਾਜ ਕਰਕੇ ਜਿਹੜਾ ਹੈ ਅਸੀਂ ਠੀਕ ਕਰਨੇ ਆ, ਕਰੈਕਟ ਕਰਨੇ ਆ। ਸੋ ਬੇਸਿਕਲੀ ਫੇਸ਼ੀਅਲ ਮਸਾਜ ਦੇ ਵਿੱਚ ਸਾਡਾ ਫੇਸ ਕਵਰ ਕੀਤਾ ਜਾਂਦਾ ਹੈ, ਨੈਕ ਕਵਰ ਹੁੰਦਾ ਹੈ, ਅਪਰ ਚੈਸਟ ਜਿਹੜਾ ਹੈ ਉਹ ਸਾਡਾ ਕਵਰ ਹੁੰਦਾ ਹੈ ਔਰ ਸ਼ੋਲਡਰ ਏਰੀਆ ਜਿਹੜਾ ਹੈ ਉਹਨੂੰ ਕਵਰ ਕੀਤਾ ਜਾਂਦਾ ਹੈ। ਸੋ ਬੈਨੀਫਿਟਸ ਕੀ ਨੇ ਫੇਸ਼ੀਅਲ ਕਰਵਾਉਣ ਦੇ? ਸੋ ਮਸਾਜ ਸਟਿਮੂਲੇਟਸ ਦ ਬਲੱਡ ਸਰਕੂਲੇਸ਼ਨ। ਹਮੇਸ਼ਾ ਜਿਸ ਤਰ੍ਹਾਂ ਮੈਂ ਕਹਿੰਦੀ ਹਾਂ ਕਿ ਹਾਂ ਬਲੱਡ ਸਰਕੂਲੇਸ਼ਨ ਜਿੰਨਾ ਅੱਛਾ ਹੁੰਦਾ ਹੈ ਸਾਡਾ ਹੈਲਥ ਉਨਾ ਹੀ ਅੱਛਾ ਹੁੰਦਾ ਹੈ। ਸੋ ਬਲੱਡ ਸਰਕੂਲੇਸ਼ਨ ਨੂੰ ਪ੍ਰਮੋਟ ਕਰਦਾ ਹੈ। It helps in muscle relaxation by relieving muscle tension and pain. So muscles ਦੇ ਵਿੱਚ ਜਿਹੜੇ ਜਿਸ ਤਰ੍ਹਾਂ cramps ਹੋ ਜਾਂਦੇ ਨੇ, sometimes tension ਕਰਕੇ ਸਾਨੂੰ ਜਿਹੜੇ ਹੈ muscles ਜਿਹੜੇ ਹੈ ਸਾਡੇ tight ਹੋ ਜਾਂਦੇ ਨੇ, painful ਹੋ ਜਾਂਦੇ ਨੇ। ਸੋ ਮਸਾਜ ਹਲਕੀ ਫੁਲਕੀ ਲੈਣ ਕਰਕੇ ਜਿਹੜਾ ਹੈ ਉਹ ਸਾਡਾ ਰਿਲੀਜ਼ ਹੁੰਦਾ ਹੈ, ਸਾਨੂੰ ਰਿਲੀਫ ਮਿਲਦਾ ਇਹਦੇ ਤੋਂ, ਟੈਨਸ਼ਨ ਤੋਂ, ਪੇਨ ਤੋਂ। It helps in the improvement of the elimination of waste throughout the body. So body ਦੇ ਵਿੱਚ ਜਿੰਨਾ ਤੁਹਾਡਾ waste material ਇਕੱਠਾ ਹੁੰਦਾ ਹੈ ਉਹਨੂੰ ਅੱਛੀ ਤਰ੍ਹਾਂ ਜਿਹੜਾ ਹੈ dispose of ਕਰਨ ਦੇ ਵਿੱਚ ਮਸਾਜ help ਕਰਦਾ ਹੈ। So it helps muscle tone, slough of dead skin cells, cleanse the skin impurities and soften sebum. So body ਦੇ ਵਿੱਚ ਜਿਹੜੇ ਵੀ ਸਾਡੇ changes ਹੁੰਦੇ ਨੇ, skin ਦੇ ਉੱਪਰ ਜਿਹੜੇ ਵੀ changes ਹੁੰਦੇ ਨੇ, ਸੋ ਉਹਨਾਂ ਦੇ ਵਿੱਚ ਜਿਹੜਾ ਹੈ ਮਸਾਜ ਹੈਲਪ ਕਰਦਾ ਹੈ ਤੁਹਾਡਾ ਜਿਹੜਾ ਡੈਡ ਸਕਿਨ ਸੈੱਲ ਹੈ ਉਹਨੂੰ ਰਿਮੂਵ ਕਰਨ 'ਚ, ਨਵਾਂ ਜਿਹੜੇ ਸਕਿਨ ਦੇ ਸੈੱਲਸ ਨੇ ਉਹਨਾਂ ਨੂੰ ਜਨਰੇਟ ਕਰਨ 'ਚ ਹੈਲਪ ਕਰਦਾ ਹੈ। ਸਕਿਨ 'ਚ ਜਿੰਨੀਆਂ ਇੰਪਿਓਰਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਕਲੀਨ ਕਰਨ 'ਚ, ਮਸਲਸ ਨੂੰ ਟੋਨ ਕਰਨ 'ਚ ਔਰ ਈਵਨ ਸੈਬਮ ਜਿਹੜਾ ਹੈ ਉਹਦਾ ਬੈਲੈਂਸ ਰੱਖਣ ਦੇ ਵਿੱਚ ਵੀ ਤੁਹਾਡੀ ਹੈਲਪ ਕਰਦਾ ਹੈ ਫੇਸ਼ੀਅਲ। It helps to reduce puffiness and sinus congestion. So ਕਈਆਂ ਨੂੰ ਜਿਸ ਤਰ੍ਹਾਂ ਸਾਈਨਸ ਦਾ ਪ੍ਰੋਬਲਮ ਵੀ ਹੁੰਦਾ ਹੈ। ਸੋ ਜਿਹੜਾ ਫੇਸ਼ੀਅਲ ਮਸਾਜ ਹੈ ਸਿਰਫ ਉਹ ਆਇਲ ਜਾਂ ਕਰੀਮ ਦੇ ਨਾਲ ਨਹੀਂ ਕੀਤਾ ਜਾਂਦਾ। ਸੋ ਪ੍ਰੋਪਰ ਜਿਹੜਾ ਜਿਹਨੂੰ ਨੌਲੇਜ ਹੋਵੇ, ਜਦੋਂ ਇਸ ਫੀਲਡ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਉਹਦੇ ਵਿੱਚ ਜਿਹੜਾ ਹੈ ਸਾਨੂੰ ਇੱਕ ਪਰਟੀਕੂਲਰ ਜਿਹੜੇ ਪ੍ਰੈਸ਼ਰ ਪੁਆਇੰਟਸ ਨੇ ਉਹਨਾਂ ਦੇ ਉੱਤੇ ਵੀ ਨੌਲੇਜ ਦਿੱਤੀ ਜਾਂਦੀ ਹੈ। ਸੋ ਉਹ ਪ੍ਰੈਸ਼ਰ ਪੁਆਇੰਟਸ ਦੇ ਉੱਤੇ ਜਦੋਂ ਅਸੀਂ ਜਿਹੜਾ ਸਰਟੀਫਾਈਡ ਜਿਹਨੂੰ ਕਹਿੰਦੇ ਹੈ ਜਿਹੜਾ ਪ੍ਰੈਸ਼ਰ ਪੁਆਇੰਟਸ ਦੇ ਉੱਤੇ ਕੰਮ ਕਰ ਸਕਦਾ ਹੈ, ਸੋ ਉਹ ਜਿਹੜਾ ਥੈਰੇਪਿਟਿਕ ਹੁੰਦਾ ਹੈ ਉਹ ਜਦੋਂ ਉਹਦੇ ਤੇ ਕੰਮ ਕਰਦਾ ਹੈ ਸੋ ਬਹੁਤ ਸਾਰੀਆਂ ਪ੍ਰੋਬਲਮਸ, ਏਲਮੈਂਟਸ ਜਿਹੜੀਆਂ ਬੋਡੀ ਦੇ ਵਿੱਚ ਹੁੰਦੀਆਂ ਨੇ ਉਹ ਠੀਕ ਹੁੰਦੀਆਂ ਨੇ। ਉਸ ਤਰ੍ਹਾਂ ਇੱਕ ਸਾਈਨਸ ਕੰਜੈਸ਼ਨ ਜਿਹੜੀ ਹੈ ਇਹ ਵੀ ਪ੍ਰੋਬਲਮ ਜਿਹੜੀ ਹੈ ਮੇਜਰਲੀ ਕਈ ਲੋਕਾਂ ਨੂੰ ਹੁੰਦੀ ਹੈ। ਸੋ ਫੇਸ਼ੀਅਲ ਦੇ ਨਾਲ ਜਿਹੜਾ ਹੈ ਪਫੀਨੈਸ ਜਿਹੜੀ ਆਈਜ਼ ਦੇ ਅਰਾਊਂਡ ਜਿਹੜਾ ਬੈਗਸ ਬਣ ਜਾਂਦੇ ਨੇ, ਸਵੈਲਿੰਗ ਜੀ ਹੋ ਜਾਂਦੀ ਹੈ, ਉਹਨੂੰ ਰਿਡਿਊਸ ਕਰਨ 'ਚ ਹੈਲਪ ਕਰਦਾ ਹੈ ਔਰ ਸਾਈਨਸ ਦਾ ਕੰਜੈਸ਼ਨ ਨੂੰ ਜਿਹੜਾ ਹੈ ਅਗਰ ਪ੍ਰੋਪਰ ਤਰੀਕੇ ਨਾਲ ਕੀਤਾ ਜਾਵੇ ਤੇ ਉਹਨੂੰ ਵੀ ਠੀਕ ਕਰਨ ਦੇ ਵਿੱਚ ਹੈਲਪ ਕਰਦਾ ਹੈ। Facial is a treatment-oriented therapy to prevent, control and cure skin disorders. So जिन्ने भी skin ਦੇ disorders ने, for example acne है या blemishes है, अगर proper treatment ਜਿਹੜਾ ਹੈ target ਕਰਕੇ ਉਸ area ਨੂੰ ਕਰਵਾਇਆ ਜਾਂਦਾ ਹੈ facial ਤੇ ਉਹ ਜਿਹੜਾ ਹੈ ਕਾਫੀ ਹੱਦ ਤੱਕ ਜਿਹੜੇ skin disorders ਨੇ ਉਹ ਠੀਕ ਹੋ ਜਾਂਦੇ ਨੇ। A regular facial massage leads to smoother, firmer, more radiant skin by minimizing skin sagging and fine lines.
maximizing skin's radiance, releasing toxins and impurities, normalizing skin's moisture balance. So regularly facial massage ਜਿਹੜੀ ਹੈ ਜਿਸ ਤਰ੍ਹਾਂ ਬਹੁਤ ਜ਼ਿਆਦਾ ਟਾਈਮ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ, ਜਿਹੜੀ ਰੈਗੂਲਰ 'ਚ ਰੂਟੀਨ ਬੇਸਿਸ ਤੇ ਜਿਹੜਾ ਫੇਸ਼ੀਅਲ ਮਸਾਜ ਕੀਤਾ ਜਾਂਦਾ ਹੈ ਮੈਕਸਿਮਮ 2 ਮਿੰਟਸ ਵਾਸਤੇ ਕੀਤਾ ਜਾਂਦਾ ਹੈ। ਸੋ ਉਸ 2 ਮਿੰਟ ਦੇ ਵਿੱਚ ਤੁਸੀਂ ਜਿਹੜਾ ਵੀ ਕੋਈ ਅੱਛਾ ਮੋਇਸਚਰਾਈਜ਼ਰ ਫੇਸ ਵਾਸ਼ ਤੋਂ ਬਾਅਦ ਯੂਜ਼ ਕਰਦੇ ਹੋ ਜਾਂ ਲੋਸ਼ਨ ਯੂਜ਼ ਕਰਦੇ ਹੋ ਜਾਂ ਜੈਲ ਯੂਜ਼ ਕਰਦੇ ਹੋ, ਉਹਦੇ ਨਾਲ ਹੀ ਤੁਸੀਂ 2 ਮਿੰਟ ਵਾਸਤੇ ਜਿਹੜਾ ਹੈ ਅਪਵਰਡ ਮੋਸ਼ਨ ਦੇ ਵਿੱਚ ਜਿਹੜਾ ਹੈ ਤੁਸੀਂ ਮਸਾਜ ਆਪਣੇ ਫੇਸ ਉੱਤੇ ਕਰਦੇ ਹੋ। ਆਈਜ਼ ਦੇ ਅਰਾਊਂਡ ਜਿਹੜਾ ਹੈ ਰਾਊਂਡ ਸਰਕਲ ਐਂਟੀ ਕਲੌਕਵਾਈਜ਼ ਜਿਹੜਾ ਹੈ ਜਦੋਂ ਤੁਸੀਂ ਉਹਨੂੰ ਮਸਾਜ ਕਰਦੇ ਹੋ ਤੇ ਉਹ ਵੀ ਤੁਹਾਡਾ ਰੂਟੀਨ ਦੇ ਵਿੱਚ ਜਿਹੜਾ ਹਲਕਾ ਫੁਲਕਾ 2 ਮਿੰਟ ਦਾ ਮਸਾਜ ਜਿਹੜਾ ਹੈ ਉਹ ਵੀ ਕਾਫੀ ਹੱਦ ਤੱਕ ਤੁਹਾਨੂੰ ਹੈਲਪਫੁਲ ਹੁੰਦਾ ਹੈ। ਸੋ ਜਿੰਨੀਆਂ ਵੀ ਇੰਪਿਓਰਿਟੀਜ਼ ਹੁੰਦੀਆਂ ਨੇ, ਮੋਇਸਚਰ ਦਾ ਬੈਲੈਂਸ ਹੁੰਦਾ ਹੈ, ਸਭ ਫਾਈਨ ਲਾਈਨਸ, ਈਵਨ ਜਿਹੜਾ ਸਕਿਨ ਜਿਹੜੀ ਲਟਕਣਾ ਸਟਾਰਟ ਹੋ ਜਾਂਦੀ ਹੈ, ਸੋ ਇਹਨਾਂ ਸਭ ਨੂੰ ਜਿਹੜਾ ਪ੍ਰੋਬਲਮਸ ਨੂੰ ਠੀਕ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦਾ ਹੈ। ਸੋ ਰੂਟੀਨ ਦੇ ਵਿੱਚ ਵੀ ਤੁਹਾਨੂੰ ਜਦੋਂ ਤੁਸੀਂ ਫੇਸ ਵਾਸ਼ ਕਰਦੇ ਹੋ 2 ਮਿੰਟ ਆਪਣੀ ਸਕਿਨ ਦੇ ਉੱਤੇ, ਫੇਸ ਦੇ ਉੱਤੇ ਜ਼ਰੂਰ ਲਗਾਉਣੇ ਚਾਹੀਦੇ ਨੇ ਮਸਾਜ ਕਰਨ 'ਚ। ਸੋ ਫੇਸ਼ੀਅਲ ਟਰੀਟਮੈਂਟਸ ਜਿਹੜੇ ਨੇ ਮੇਜਰਲੀ ਫੇਸ਼ੀਅਲ ਜਿਹੜਾ ਅਸੀਂ ਕਰਵਾਇਆ ਜਾਂਦਾ ਹੈ ਉਹ 2 ਤਰੀਕੇ ਦਾ ਹੁੰਦਾ ਹੈ। ਇੱਕ ਹੁੰਦਾ ਹੈ ਪ੍ਰੀਵੈਂਟੇਟਿਵ ਫੇਸ਼ੀਅਲ। ਸੋ ਪ੍ਰੀਵੈਂਟੇਟਿਵ ਫੇਸ਼ੀਅਲ ਉਹ ਹੁੰਦਾ ਹੈ ਜਿਹੜਾ ਅਸੀਂ ਸਟਾਰਟਿੰਗ ਤੋਂ ਹੀ ਸਟਾਰਟ ਕਰ ਦਿੰਦੇ ਹਾਂ ਸੋ ਦੈਟ ਕਿ ਹਾਂ ਜਿਹਨੂੰ ਕਹਿੰਦੇ ਨੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਜਿਸ ਤਰ੍ਹਾਂ ਤੁਸੀਂ ਸੁਣਦੇ ਹੋ ਕਿ ਪ੍ਰੀਵੈਂਸ਼ਨ ਜਦੋਂ ਅਸੀਂ ਸਟਾਰਟ ਕਰ ਦਿੰਦੇ ਹਾਂ, ਪਹਿਲੇ ਹੀ ਕਿਸੇ ਚੀਜ਼ ਨੂੰ ਪ੍ਰੀਵੈਂਟ ਕਰਨਾ ਸਟਾਰਟ ਕਰ ਦਿੰਦੇ ਹਾਂ, ਸਾਨੂੰ ਉਹਦੇ ਤੇ ਕਿਉਰ ਕਰਨ ਤੇ ਉਨਾ ਟਾਈਮ ਜਾਂ ਮਨੀ ਜਿਹੜਾ ਉਹਨਾਂ ਸਪੈਂਡ ਨਹੀਂ ਕਰਨਾ ਪੈਂਦਾ। ਸੋ ਪ੍ਰੀਵੈਂਟੇਟਿਵ ਫੇਸ਼ੀਅਲ ਜਿਹੜਾ ਹੁੰਦਾ ਹੈ ਸਾਨੂੰ ਜਦੋਂ 20th ਜਦੋਂ ਅਸੀਂ ਟੀਨੇਜ ਸਾਡੀ ਖਤਮ ਹੋ ਜਾਂਦੀ ਹੈ ਉਦੋਂ ਤੋਂ ਹੀ ਸਟਾਰਟ ਕਰ ਦੇਣਾ ਚਾਹੀਦਾ ਹੈ। ਸੋ ਪ੍ਰੀਵੈਂਟੇਟਿਵ ਫੇਸ਼ੀਅਲ ਦੇ ਵਿੱਚ ਤੁਹਾਡਾ ਰੂਟੀਨ ਦਾ ਜਿਹੜਾ 2 ਮਿੰਟ ਦਾ ਤੁਸੀਂ ਮਸਾਜ ਕਰਦੇ ਹੋ ਉਹ ਵੀ ਆ ਜਾਂਦਾ ਹੈ, ਜਿਹੜਾ ਕਿ ਤੁਹਾਡਾ ਬਲੱਡ ਸਰਕੂਲੇਸ਼ਨ ਨੂੰ ਠੀਕ ਕਰਨ 'ਚ ਹੈਲਪ ਕਰੇਗਾ, ਨਰਵਸ ਸਿਸਟਮ ਨੂੰ ਠੀਕ ਕਰਨ 'ਚ ਹੈਲਪ ਕਰੇਗਾ ਔਰ ਈਵਨ ਜਿਹੜੇ ਤੁਹਾਡੇ ਗਲੈਂਡਸ ਨੇ ਪ੍ਰੋਪਰਲੀ ਉਹ ਵਰਕ ਕਰਨਾ ਸਟਾਰਟ ਕਰ ਦਿੰਦੇ ਨੇ। ਸੋ ਜਿਹੜਾ 2 ਮਿੰਟ ਦਾ ਜਿਹੜਾ ਤੁਹਾਡਾ ਫੇਸ਼ੀਅਲ ਰੂਟੀਨ ਦੇ ਵਿੱਚ ਜਿਹੜਾ ਆਉਂਦਾ ਹੈ ਉਹ ਪ੍ਰੀਵੈਂਟੇਟਿਵ ਫੇਸ਼ੀਅਲ ਆਉਂਦਾ ਹੈ। ਸੋ ਪ੍ਰੀਵੈਂਟੇਟਿਵ ਫੇਸ਼ੀਅਲ ਦੇ ਵਿੱਚ ਜਿਹੜਾ ਹੈ ਤੁਸੀਂ ਜੋ ਵੀ ਤੁਹਾਨੂੰ ਸਕਿਨ ਡਿਸਆਰਡਰਸ ਹੁੰਦੇ ਨੇ, ਜਿਹੜੀਆਂ ਵੀ ਪ੍ਰੋਬਲਮਸ ਹੁੰਦੀਆਂ ਨੇ, ਉਹਦੇ ਤੋਂ ਪ੍ਰੀਵੈਂਸ਼ਨ ਜਿਹੜਾ ਉਹ ਸਟਾਰਟ ਜਿਹੜੀ ਹੈ ਜਦੋਂ ਤੁਸੀਂ ਕਰਦੇ ਹੋ ਉਹਦੇ ਤੋਂ ਤੁਹਾਨੂੰ ਰਿਲੀਫ ਮਿਲ ਜਾਂਦਾ ਹੈ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਤੁਸੀਂ ਟੀਨੇਜ ਚਾਹੁੰਦੇ ਹੋ, ਤੁਸੀਂ ਉਹਦੇ ਅਕੋਰਡਿੰਗਲੀ ਜਿਹੜੇ ਹੈ ਪ੍ਰੋਡਕਟਸ ਚੂਜ਼ ਕਰਨਾ ਸਟਾਰਟ ਕਰ ਦਿੰਦੇ ਹੋ। ਜਿਸ ਤਰ੍ਹਾਂ ਐਕਨੇ ਦਾ ਪ੍ਰੋਬਲਮ ਹੋ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਆਇਲ ਪ੍ਰੋਡਿਊਸ ਹੁੰਦਾ ਹੈ ਤੇ ਤੁਸੀਂ ਸਕਿਨ ਦੇ ਅਕੋਰਡਿੰਗਲੀ ਜਿਹੜੇ ਹੈ ਜਦੋਂ ਪ੍ਰੋਡਕਟਸ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਡੇ ਪ੍ਰੀਵੈਂਟੇਟਿਵ ਮੈਜਰਸ ਦੇ ਵਿੱਚ ਹੀ ਆ ਜਾਂਦੇ ਹਨ। ਸੋ ਪ੍ਰੀਵੈਂਟੇਟਿਵ ਮੈਜਰ ਦੇ ਵਿੱਚ ਤੁਸੀਂ ਬੇਸਿਕਲੀ ਆਉਣ ਵਾਲੀ ਪ੍ਰੋਬਲਮ ਨੂੰ ਜਿਹੜਾ ਹੈ ਉਹਦੇ ਤੋਂ ਪ੍ਰੀਵੈਂਟ ਕਰਦੇ ਹੋ ਆਪਣੀ ਸਕਿਨ ਨੂੰ। ਸੋ ਪ੍ਰੀਵੈਂਟੇਟਿਵ ਫੇਸ਼ੀਅਲ ਕੀ ਕਿਹਾ ਜਾਂਦਾ ਹੈ? ਇਨਵੈਸਟਿੰਗ ਇਨ ਯੂਰ ਸਕਿਨ ਵਾਈਲ ਯੂ ਆਰ ਸਟਿਲ ਇਨ ਯੂਰ 20s is essential as it leads to smooth blood circulation, nervous system and glands to work properly. दूसरा जो ट्रीटमेंट आ जाता है फेशियल का वो करैक्टिव और मैडिकल फेशियल किया जाता है। सो प्रिवेंटेटिव फेशियल च नॉर्मल थोड़ा बेसिक फेशियल जिन्होंने कहते हैं वो आता है विदाउट एनी यूसेज ऑफ कोई मशीन या कोई मैडिकल जिन्होंने कहते हैं एनालाइजेशन। लेकिन दूसरा जोड़ा करैक्टिव और मैडिकल फेशियल जोड़ा होंदा है, करैक्टिव और मैडिकल फेशियल दे विच असीं डिफरेंट टाइप्स दी मशीन्स नूं भी यूज़ करने आ और असी मैडिकल जोड़ा है किसी अच्छे डॉक्टर नूं भी कंसल्ट करने हाँ या समटाइम्स जोड़े सर्टिफाइड अच्छे जोड़े फेशियल थेरेपिस्ट हुंदे ने उन्हां नाल कंसल्ट करने हाँ। इहदे विच जोड़ा है तुहाडी स्किन नूं एनालाइज कीता जांदा है डेप्थ दे विच। सो एनालाइज करन तो बाद जोड़ा है जो फेशियल तुहानूं करवाना चाहिदा है, सूट करेगा, जोड़े प्रोडक्ट सूट करनगे उहदे बारे जिहड़ी है तुहानूं सारी नॉलेज प्रोवाइड कीती जांदी है और उहदे अकॉर्डिंगली ही फेशियल जोड़ा है कीता जांदा है तुहाडा। So basically corrective or medical facial की होता है a good medical facial considers the specific and varying needs of every inch of your skin. It can be customized to treat whatever ails you including clogged pores, breakouts and uneven skin tone and fine lines. सो मेजरली जोड़ा है जो भी डिसऑर्डर्स ऑलरेडी हो चुके ने जो असीं प्रिवेंटिव फेशियल नहीं लैंदे आ या अपनी स्किन नूं प्रिवेंट नहीं करने आ उस तो बाद जोड़ा है साडी वो स्टेज आ जाती है कि जो सानू करैक्टिव या मैडिकल फेशियल वल मूव करना पैंदा है। सो जो असीं करैक्टिव या मैडिकल फेशियल लैंदे आ सो पर्टिकुलरली एक टारगेटेड जोड़े फेशियल्स हुंदे ने जिहदे विच कि तुहाडी पर्टिकुलर जिहड़ी कोई प्रॉब्लम है
ਉਹਦੇ ਉੱਤੇ ਕੰਮ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਕਿਸੇ ਨੂੰ ਐਕਨੇ ਦਾ ਪ੍ਰੋਬਲਮ ਹੋ ਗਿਆ ਹੈ ਜਾਂ ਸਕਿਨ ਟੋਨ ਅਨਈਵਨ ਹੋ ਗਿਆ ਹੈ, ਫਾਈਨ ਲਾਈਨਸ ਰਿੰਕਲਸ ਹੋ ਗਏ ਨੇ, ਜਾਂ ਪੋਰਸ ਬਹੁਤ ਜ਼ਿਆਦਾ ਬਲੌਕ ਹੋਣੇ ਸਟਾਰਟ ਹੋ ਜਾਂਦੇ ਨੇ ਜਿਹਦੇ ਕਰਕੇ ਬਲੈਕ ਹੈਡਸ ਜਾਂ ਵਾਈਟ ਹੈਡਸ ਜਿਹੜੇ ਆ ਬਹੁਤ ਜ਼ਿਆਦਾ ਅਪੇਅਰ ਕਰਨ ਲੱਗ ਜਾਂਦੇ ਨੇ। ਸੋ ਇਹ ਵਾਲੇ ਜਿਹੜੇ ਫੇਸ਼ੀਅਲਸ ਹੁੰਦੇ ਨੇ ਪਾਰਟਿਕੂਲਰਲੀ ਟਾਰਗੇਟਡ ਹੁੰਦੇ ਨੇ ਜਿਹੜੀ ਕਿ ਤੁਹਾਡੀ ਪ੍ਰੋਬਲਮ ਹੁੰਦੀ ਹੈ ਉਹਨੂੰ ਕਿਉਰ ਕਰਨ ਵਾਸਤੇ। ਸੋ ਬੈਟਰ ਹੈ ਕਿ ਕਰੈਕਟਿਵ ਔਰ ਮੈਡੀਕਲ ਫੇਸ਼ੀਅਲ ਤੋਂ ਪਹੁੰਚਣ ਤੋਂ ਪਹਿਲੇ ਸਾਨੂੰ ਪ੍ਰੀਵੈਂਟੇਟਿਵ ਫੇਸ਼ੀਅਲ ਜਿਹੜੇ ਹੈ ਉਹਦੇ ਵੱਲ ਜਿਹੜਾ ਹੈ ਫੋਕਸ ਕਰਨਾ ਚਾਹੀਦਾ ਹੈ, ਸੋ ਦੈਟ ਜਿਹੜਾ ਤੁਹਾਡਾ ਸਟਾਰਟ ਤੋਂ ਹੀ ਤੁਹਾਡਾ ਸਾਰਾ ਸਿਸਟਮ ਜਿਹੜਾ ਹੈ ਇੰਟਰਨਲ ਉਹ ਬੈਲੈਂਸਡ ਰਵੇ। ਇੱਕ ਅੱਛਾ ਫੇਸ਼ੀਅਲ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਹੁੰਦਾ ਜੀ ਸੈਨੀਟਾਈਜ਼ਰ। ਅੱਜ ਦੀ ਡੇਟ ਦੇ ਵਿੱਚ ਇੱਕ ਅੱਛਾ ਸੈਨੀਟਾਈਜ਼ਰ ਜਿਹੜਾ ਹੈ ਉਹਦੇ ਨਾਲ ਤੁਹਾਡੇ ਹੈਂਡ ਜਿਹੜੇ ਸੈਨੀਟਾਈਜ਼ ਹੋਣੇ ਜ਼ਰੂਰੀ ਨੇ। ਅੱਛਾ ਫੇਸ਼ੀਅਲ ਬੈਡ ਔਰ ਕੰਫਰਟੇਬਲ ਜਿਹਨੂੰ ਕਹਿੰਦੇ ਜਾਂ ਚੇਅਰ ਹੋਣਾ ਚਾਹੀਦਾ। ਅਗਰ ਬੈਡ ਦੇ ਉੱਤੇ ਕਲਾਇੰਟ ਕੰਫਰਟੇਬਲ ਨਹੀਂ ਹੈ, ਚੇਅਰ ਤੇ ਕਰਵਾਉਂਦੇ ਹੈ, ਜਿਸ ਤਰ੍ਹਾਂ ਕਲੀਨਅਪਸ ਹੁੰਦੇ ਹੈ, ਕਲੀਨਅਪਸ ਵਾਸਤੇ ਜ਼ਰੂਰੀ ਨਹੀਂ ਹੈ ਕਿ ਹਾਂ ਬੈਡ ਦੇ ਉੱਤੇ ਲਿਟਾਣਾ ਕਲਾਇੰਟ ਨੂੰ ਜ਼ਰੂਰੀ ਹੈ, ਚੇਅਰ ਤੇ ਬੈਠ ਕੇ ਵੀ ਕਲੀਨਅਪ ਕੀਤਾ ਜਾਂਦਾ ਹੈ। ਕਿਉਂਕਿ ਪ੍ਰੋਪਰ ਫੇਸ਼ੀਅਲ ਜਿਹੜਾ ਹੈ 45 ਮਿੰਟਸ ਤੋਂ ਲੈ ਕੇ 2 ਘੰਟੇ ਤੱਕ ਵੀ ਹੋ ਸਕਦਾ ਹੈ, ਇਨਕਲੂਡਿੰਗ ਬੋਥ ਪ੍ਰੀਵੈਂਟਿਵ ਔਰ ਜਿਹੜਾ ਕਰੈਕਟਿਵ ਫੇਸ਼ੀਅਲ ਹੈ। ਸੋ ਅਦਰਵਾਈਜ਼ ਜਿਹੜਾ ਹੈ ਕਲੀਨਅਪ ਜਿਹੜੇ ਹੁੰਦੇ ਨੇ 20 ਮਿੰਟਸ ਦੇ ਆਸ-ਪਾਸ ਹੁੰਦੇ ਨੇ। ਸੋ ਇਹਦੇ ਵਾਸਤੇ ਸਾਨੂੰ ਜ਼ਰੂਰੀ ਨਹੀਂ ਬੈੱਡ ਦੀ ਜ਼ਰੂਰਤ ਹੋਵੇ, ਚੇਅਰ ਤੇ ਵੀ ਅਸੀਂ ਕਲਾਇੰਟ ਨੂੰ ਬਿਠਾ ਕੇ ਕੰਫਰਟੇਬਲ ਕਰਕੇ ਅਸੀਂ ਕਰ ਸਕਦੇ ਹਾਂ। ਸਾਫ ਟਾਲਸ ਚਾਹੀਦੇ ਹੁੰਦੇ ਨੇ, ਬੋਲਸ ਚਾਹੀਦੇ ਨੇ, ਸਾਨੂੰ ਬ੍ਰਸ਼ਿਸ ਚਾਹੀਦੇ ਹੁੰਦੇ ਨੇ। ਬ੍ਰਸ਼ਿਸ ਇਸ ਲਈ ਚਾਹੀਦੇ ਹੁੰਦੇ ਨੇ ਕਿ ਹਾਂ ਅੱਜ ਕੱਲ੍ਹ ਜਿਹੜਾ ਹੈ ਯੂਜਲੀ ਜਿਹੜੇ ਲੋਕੀ ਹੈ ਹੱਥਾਂ ਦੇ ਨਾਲ ਅਪਲਾਈ ਕਰਵਾਉਣਾ ਨਹੀਂ ਪਸੰਦ ਕਰਦੇ ਨੇ, ਕੋਈ ਵੀ ਚੀਜ਼ ਫੇਸ ਮਾਸਕ ਹੈ ਜਾਂ ਈਵਨ ਪ੍ਰੋਫੈਸ਼ਨਲ ਵੀ ਨਹੀਂ ਲੱਗਦਾ ਅਸੀਂ ਹੱਥਾਂ ਦੇ ਨਾਲ ਅਪਲਾਈ ਕਰੀਏ। ਸੋ ਬ੍ਰਸ਼ਿਸ ਦੇ ਨਾਲ ਹਰ ਪ੍ਰੋਡਕਟ ਨੂੰ ਅਪਲਾਈ ਕੀਤਾ ਜਾਂਦਾ ਹੈ। ਸੋ ਚਾਹੇ ਉਹ ਬਲੀਚ ਹੈ ਜਾਂ ਤੁਹਾਡਾ ਫੇਸ ਮਾਸਕ ਹੈ, ਸੋ ਉਹਨਾਂ ਵਾਸਤੇ ਸਾਨੂੰ ਬ੍ਰਸ਼ਿਸ ਦੀ ਡਿਫਰੈਂਟ ਬੋਲਸ ਦੀ ਜ਼ਰੂਰਤ ਪੈਂਦੀ ਹੈ। ਸਾਫ ਸੈਨੀਟਾਈਜ਼ ਟਾਲਸ ਹੋਣੇ ਚਾਹੀਦੇ ਨੇ। ਸਟੀਮਰ ਹੋਣਾ ਚਾਹੀਦਾ ਹੈ। ਸਟੀਮਰ ਜਿਹੜਾ ਹੈ ਆਪਸ਼ਨਲ ਹੈ, ਬਟ ਸਟਿਲ ਇਹਦੇ ਵਿੱਚ ਸਟੀਮਰ ਇਸ ਲਈ ਦਿੱਤਾ ਹੈ ਕਿ ਹਾਂ ਕਈਆਂ ਨੂੰ ਸੂਟ ਕਰਦਾ ਹੈ, ਕਈਆਂ ਨੂੰ ਸਟੀਮਰ ਸੂਟ ਨਹੀਂ ਕਰਦਾ, ਔਰ ਸਮਟਾਈਮਸ ਰਿਕੁਆਇਰਮੈਂਟ ਹੁੰਦੀ ਹੈ ਔਰ ਸਮਟਾਈਮਸ ਰਿਕੁਆਇਰਮੈਂਟ ਨਹੀਂ ਵੀ ਹੁੰਦੀ ਹੈ ਸਟੀਮਰ ਦੀ। ਬਟ ਬੇਸਿਕ ਸਾਡੇ ਕੋਲ ਜਿਹੜਾ ਫੇਸ਼ੀਅਲ ਹੁੰਦਾ ਉਹਦੇ ਵਿੱਚ ਸਟੀਮਰ ਦੀ 90% ਜ਼ਰੂਰਤ ਸਾਨੂੰ ਪੈਂਦੀ ਹੈ। ਇੱਕ ਅੱਛਾ ਹੈਡਬੈਂਡ, ਸਟਰਲਾਈਜ਼ ਹੋਇਆ ਐਪਰਨ ਜਿਹੜਾ ਹੋਣਾ ਚਾਹੀਦਾ ਹੈ। ਹੋ ਸਕੇ ਤੇ ਡਿਸਪੋਜ਼ੇਬਲਸ ਹੋਣੇ ਚਾਹੀਦੇ ਨੇ। ਅਗਰ ਡਿਸਪੋਜ਼ੇਬਲ ਹੈਡਬੈਂਡਸ ਜਾਂ ਐਪਰਨ ਨਹੀਂ ਹੈ ਤੇ ਜੋ ਵੀ ਤੁਹਾਡੇ ਕੋਲ ਨੇ ਮਾਰਕੀਟ ਦੇ ਵਿੱਚ ਜਿਹੜੇ ਅੱਛੇ ਅਵੇਲੇਬਲ ਨੇ ਹੋਣੇ ਚਾਹੀਦੇ ਨੇ, ਸੋ ਦੈਟ ਤੁਸੀਂ ਕਲਾਇੰਟ ਜਿਹੜਾ ਹੈ ਉਹਨਾਂ ਦੇ ਹੇਅਰ ਅੱਛੀ ਤਰ੍ਹਾਂ ਟਾਈ ਕਰ ਸਕੋ ਹੈਡਬੈਂਡ ਨਾਲ, ਔਰ ਈਵਨ ਤੁਸੀਂ ਐਪਰਨ ਖੁਦ ਪਹਿਨਦੇ ਹੋ ਸੋ ਦੈਟ ਕਿ ਤੁਸੀਂ ਜਦੋਂ ਕੰਮ ਕਰੋ ਤੇ ਤੁਹਾਡੇ ਆਪਣੇ ਜਿਹੜੇ ਕੱਪੜੇ ਆ ਉਹ ਖਰਾਬ ਨਹੀਂ ਹੁੰਦੇ ਹੈ। ਸੋ ਕਾਟਨ ਔਰ ਵਾਈਪਸ ਚਾਹੀਦੇ ਨੇ ਇਹਦੇ ਵਾਸਤੇ, ਜਾਂ ਤੇ ਕਾਟਨ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਕਲੀਨ ਕਰਨ ਵਾਸਤੇ ਫੇਸ਼ੀਅਲ ਜਦੋਂ ਕਰਦੇ ਹੋ, ਜਾਂ ਵਾਈਪਸ ਵੀ ਆਉਂਦੇ ਨੇ ਅੱਜ ਕੱਲ੍ਹ ਵਾਸ਼ੇਬਲ, ਉਹਨਾਂ ਦਾ ਇਸਤੇਮਾਲ ਕਰ ਸਕਦੇ ਹੋ। ਸੋ ਆਈਸ ਔਰ ਕੋਲਡ ਵਾਟਰ ਹੋਣਾ ਜ਼ਰੂਰੀ ਹੈ ਤੁਹਾਡੇ ਕੋਲ। ਸਮਟਾਈਮਸ ਕਿਸੇ ਨੂੰ ਇਮੀਡੀਏਟਲੀ ਜਿਹੜੇ ਸਕਿਨ ਕੋਈ ਏਰੀਆ ਪਾਰਟਿਕੂਲਰ ਸੈਂਸਿਟਿਵ ਹੋਵੇ ਜਾਂ ਕੋਈ ਰੈਸ਼ ਹੋਵੇ, ਉਹਦੇ ਤੇ ਜਦੋਂ ਅਸੀਂ ਐਕਸਫੋਲੀਏਟ ਕਰਨੇ ਹਾਂ ਤੇ ਸਮਟਾਈਮਸ ਰੈਸ਼ਿਸ ਹੋ ਜਾਂਦੇ ਨੇ। ਸੋ ਉਹਨੂੰ ਸੈਟਲ ਡਾਊਨ ਕਰਨ ਵਾਸਤੇ ਸਾਡੇ ਕੋਲ ਆਈਸ ਜਾਂ ਕੋਲਡ ਵਾਟਰ ਜਿਹੜਾ ਹੈ ਹੋਣਾ ਜ਼ਰੂਰੀ ਹੈ। ਕਲੈਂਜ਼ਿੰਗ ਮਿਲਕ, ਲੋਸ਼ਨ ਔਰ ਕਰੀਮ। ਸੋ ਮੇਕਅਪ ਸਮਟਾਈਮਸ ਅਸੀਂ ਪੁੱਟ ਔਨ ਕੀਤਾ ਹੁੰਦਾ ਔਰ ਡਾਇਰੈਕਟਲੀ ਅਸੀਂ ਸੈਲੂਨ ਤੇ ਜਾਂਦੇ ਹਾਂ ਫੇਸ਼ੀਅਲ ਕਰਵਾਉਣ ਵਾਸਤੇ। ਸੋ ਮੇਕਅਪ ਨੂੰ ਕਲੀਨ ਕਰਨ ਵਾਸਤੇ ਕਲੈਂਜ਼ਿੰਗ ਮਿਲਕ, ਲੋਸ਼ਨ ਜਾਂ ਕਰੀਮ ਹੋਣੀ ਚਾਹੀਦੀ ਹੈ ਕਿ ਸੋ ਦੈਟ ਤੁਹਾਡੇ ਸਕਿਨ ਟਾਈਪ ਦੇ ਅਕੋਰਡਿੰਗਲੀ ਜਿਹੜਾ ਹੈ ਉਹਨੂੰ ਮੇਕਅਪ ਨੂੰ ਕਲੀਨ ਕੀਤਾ ਜਾ ਸਕੇ। ਇੱਕ ਅੱਛਾ ਸਕਿਨ ਟਾਈਪ ਦੇ ਅਕੋਰਡਿੰਗਲੀ ਐਕਸਫੋਲੀਏਟਰ ਜਾਂ ਸਕਰਬ ਹੋਣਾ ਚਾਹੀਦਾ ਹੈ। ਬਲੈਕਹੈਡ ਰਿਮੂਵਰ ਹੋਣਾ ਚਾਹੀਦਾ ਹੈ, ਇਹ ਵੀ ਆਪਸ਼ਨਲ ਹੈ। ਸਮਟਾਈਮਸ ਬਲੈਕਹੈਡਸ ਬਹੁਤ ਜ਼ਿਆਦਾ ਨਹੀਂ ਹੁੰਦੇ ਨੇ, ਸੋ ਸਾਨੂੰ ਬਲੈਕਹੈਡਸ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਨਾ ਚਾਹੀਦਾ, ਔਰ ਅਗਰ ਬਲੈਕਹੈਡਸ ਹੋਣ ਤੇ ਸਾਨੂੰ ਰਿਮੂਵ ਕਰਨੇ ਚਾਹੀਦੇ ਹਨ, ਔਰ ਅਗਰ ਨਹੀਂ ਹਨ ਤੇ ਅਨਨੈਸੈਸਰਲੀ ਸਾਨੂੰ ਜਿਹੜਾ ਹੈ ਬਲੈਕਹੈਡ ਰਿਮੂਵਰ ਯੂਜ਼ ਨਹੀਂ ਕਰਨਾ ਚਾਹੀਦਾ। ਐਲਕੋਹਲ ਫ੍ਰੀ ਟੋਨਰ ਹੋਣਾ ਚਾਹੀਦਾ ਹੈ, ਔਰ ਰੋਜ਼ ਵਾਟਰ ਔਰ ਐਸਟ੍ਰਿੰਜੈਂਟ, ਕੋਈ ਵੀ ਇਹਨਾਂ ਚੋਂ ਕੋਈ ਤੁਸੀਂ ਪ੍ਰੋਡਕਟ ਜਿਹੜਾ ਹੈ ਸਕਿਨ ਟਾਈਪ ਦੇ ਅਕੋਰਡਿੰਗਲੀ ਜਿਹੜਾ ਹੈ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਸੋ ਜਿਸ ਤਰ੍ਹਾਂ ਅਸੀਂ ਐਕਸਫੋਲੀਏਟ ਕਰਨੇ ਹਾਂ ਸਕਿਨ ਨੂੰ, ਉਸ ਲਈ ਸਾਡੇ ਪੋਰਸ ਜਿਹੜੇ ਨੇ ਓਪਨ ਹੁੰਦੇ ਨੇ ਸਕਰਬ ਕਰਨ ਤੋਂ ਬਾਅਦ, ਸੋ ਉਹਨਾਂ ਨੂੰ ਵਾਪਸ ਜਿਹੜਾ ਹੈ ਲੌਕ ਕਰਨਾ ਜ਼ਰੂਰੀ ਹੋ ਜਾਂਦਾ ਹੈ, ਸੋ ਦੈਟ ਕਿ ਫਰਦਰ ਅੱਗੇ ਜਿਹੜਾ ਅਸੀਂ ਕੰਮ ਕਰਨ ਜਾ ਰਹੇ ਹਾਂ ਉਹ ਅੰਦਰ ਡਿਪੋਜ਼ਿਟ ਨਾ ਹੋਏ ਪੋਰਸ ਦੇ ਵਿੱਚ, ਪੋਰਸ ਜਿਹੜੇ ਨੇ ਹੋਰ ਬੰਦ ਨਾ ਹੋ ਜਾਣ। ਸੋ ਉਸ ਕੇਸਿਸ ਵਿੱਚ ਕੋਈ ਵੀ ਅੱਛਾ ਟੋਨਰ ਜਿਹੜਾ ਹੈ ਐਲਕੋਹਲ ਫ੍ਰੀ ਜਿਹੜਾ ਹੈ, ਜਿਹਦੇ 'ਚ ਐਲਕੋਹਲ ਨਾ ਹੋਵੇ, ਕਿਉਂਕਿ ਐਲਕੋਹਲ ਜਿਹੜਾ ਹੈ ਉਹ ਇਰੀਟੇਟਿੰਗ ਹੋ ਸਕਦਾ ਹੈ। ਕੋਈ ਵੀ ਐਸਟ੍ਰਿੰਜੈਂਟ ਜਿਹੜਾ ਹੈ ਐਲਕੋਹਲ ਫ੍ਰੀ ਤੁਸੀਂ ਯੂਜ਼ ਕਰ ਸਕਦੇ ਹੋ, ਜਾਂ ਸਮਟਾਈਮਸ ਟੋਨਰ ਜਾਂ ਐਸਟ੍ਰਿੰਜੈਂਟ ਕਈਆਂ ਨੂੰ ਸੂਟ ਨਹੀਂ ਕਰਦੇ,
उस केस च जिहड़ा है रोज वाटर एक जिहड़ा है वो पोर्स नूं जिहड़ा है क्लोज करन दे विच तुहाडी हेल्प करेगा। कोई भी अच्छी मसाज क्रीम या जैल का इस्तेमाल तुसी कर सकते हो मसाज करने वास्ते। सो जिस तरह ड्राई स्किन है उन्होंने पेनीट्रेट करने वास्ते सानू क्रीम्स की जरूरत पेगी, बट जिन्हां दा ऑयली स्किन है ऑयली स्किन वास्ते सानू क्रीम्स अवॉइड करने चाहिए ने। कोई भी अच्छे जैल बेस्ड जिहड़े ने प्रोडक्ट्स यूज करने चाहिए ने सानू मसाज वास्ते। फर्दर है जी फेस पैक है, फेस पैक अप्लाई करना चाहिए अच्छा भी कोई भी स्किन टाइप के अकॉर्डिंगली। एंड फाइनली जिहड़ा है सानू बाहर निकलन तो पहले धुप च निकलन जान तो पहले सानू अच्छा कोई SPF का एप्लीकेशन करना चाहिए जिहदे जिहड़ा कि तुहानू साइमल्टेनियसली मॉइस्चराइज भी करे तुहाडी स्किन नू। इक्विपमेंट्स भी कुछ चाहिए होंगे ने, जिस तरह कि तुहानू दस्सिया सी करैक्टिव या मैडिकल जिहड़े ने फेशियल्स होंगे ने उन्हां वास्ते सानू फेशियल स्टीमर चाहिए होंगे ने, वेपराइजर्स चाहिए होंगे ने, वैक्यूम सक्शन डिफरेंट मशीन्स ने, इक्विपमेंट्स ने जिहड़े चाहिए ने, फेशियल गैल्वेनिक ने, फैराडिक ने, हाई फ्रीकुएंसी ने। सो अकॉर्डिंग टू स्किन टाइप जो तुसी उहदे विच डिटेल स्टडी करते हो, सो डिटेल स्टडी जो असीं करने आ सो हर चीज़ उत्ते नॉलेज उहदे ते दित्ती जाती है कि उन्होंने यूज़ किस तरह करना है। सो एक किस स्किन टाइप वास्ते यूज़ कर सकते हाँ, किस टाइम ते यूज़ कर सकते हाँ। सो बेसिकली ए इक्विपमेंट्स जिहड़े ने जदों असीं करैक्टिव जिहड़े फेशियल्स हुंदे ने उन्हां च यूज़ करने आ। प्रिकॉशनस किहड़े सानू फेशियल वास्ते जान तो पहले जिहड़ा है सानू पता होना चाहिए है। Do your research. The certified skin health professionals medically analyze your skin to determine which treatment option is best for you. Apart from that, you should research about what products they are going to apply and the area around you. Facial करवाने तो पहले definitely वो भी जिहड़े ने अच्छे certified जिहड़े health professionals हुंदे ने, जिहड़े फेशियल थेरेपिस्ट होंगे ने, वो तुहानू जिहड़ा है गाइड करते हैं कि हाँ यह सूट करेगा, यह सूट नहीं करेगा, इस तरह करना चाहिए, इस तरह नहीं करना चाहिए। अपार्ट फ्रॉम उन्हां दी इह गल्लां सुनन तो इलावा तुहानू भी नॉलेज होनी चाहिए है कि तुहाडी स्किन किस तरह की है, तुहाडी स्किन नू की सूट करता है। और जदों भी तुसी फेशियल करवान जाते हो तुहानू प्रोडक्ट्स की नॉलेज होनी चाहिए है कि उन्होंने किहड़े प्रोडक्ट्स तुहाडे फेशियल दे विच यूज़ कीते ने। क्योंकि समटाइम्स होंदा है कि अंदर जाके जिहड़ा है कि दिखाते कुछ ने और प्रोडक्ट जिहड़ा है अंदर जाके जिहड़ा है दूसरे रूम च कोई होर जिहड़ा है मिक्स एंड मैच कर देंदे ने। सो भी साडी स्किन वास्ते हार्मफुल होंदा है। सो फेशियल दे दौरान जिहड़ा है कोशिश करनी चाहिए है कि जिहड़ियां बंद पैकेट दीयां चीज़ां होन उही अप्लाई करवानियां चाहिए हैं। एंड उस तो इलावा जिहड़ा अज दी डेट च बहुत इंपॉर्टेंट हो गया है कि हाँ तुहानू अपने आस पास का एरिया जिहड़ा है वो जरूर ध्यान च रखना चाहिए है कि वो किस तरह का है, साफ सुथरा है, टाल्स जिहड़े यूज़ हो रहे हैं, बॉल्स ब्रशेस वो सारे क्लीन हैं कि नहीं हैं। Know which areas need targeting. Be prepared to tell your esthetician about any areas you would like to pay special attention to, some enlarged pores around your nose or dark circles under your eyes. So sometimes ਕੀ ਹੁੰਦਾ ਹੈ ਕਿ ਅਸੀਂ basic facial ਲੈਂਦੇ ਆ, but ਜਦੋਂ ਅਸੀਂ corrective facial ਵਾਲੇ ਗੱਲ ਕਰਨੇ ਆ ਉਸ ਲਈ ਸਾਨੂੰ ਆਪਣਾ ਜਿਹੜਾ ਸਾਡਾ facial ਕਰਨ ਵਾਲਾ person ਹੈ ਉਹਨੂੰ ਸਾਨੂੰ ਪਹਿਲੇ ਹੀ ਦੱਸਣਾ ਚਾਹੀਦਾ ਹੈ ਕਿ ਮੈਨੂੰ special attention and ਇਸ area ਦੇ ਚਾਹੀਦੀ ਹੈ कि डार्क सर्कल्स बहुत हो रहे हैं मेरे आईज के अराउंड या पोर्स जिहड़े ने बहुत एनलार्ज्ड हो रहे हैं। सो इहदे उत्ते स्पैशल जिहड़ा है अटेंशन या फोकस मैनू चाहिए है सो दैट ओहदे अकॉर्डिंगली प्रोडक्ट्स पिक एंड चूज करता है। Discontinue chemical exfoliators about 3 days before your facial appointment. You should stop using any products that include chemicals. So exfoliation जिहड़ा है तुहानू घट तो घट 3 दिन पहले जिहड़ी अपनी स्किन दी बंद कर देनी चाहिए है। सो कोई भी जिहड़ा प्रोडक्ट जिहदे कैमिकल बेस्ड ने वो तुहानू यूज़ नहीं करने चाहिए ने, एल्कोहल बेस्ड ने वो यूज़ नहीं करने चाहिए ने जदों तुसी प्लान कर लैंदे हो कि मैं फेशियल करवान जाना है। Don't use any products the morning of. You can wash your face with a simple cleansing lotion. So कोई भी होर प्रोडक्ट्स जिहड़े इधर उधर दे या ईवन मेकअप भी है जिहड़ा तुहानू उस दिन यूज़ नहीं करना चाहिए, अवॉइड करना चाहिए। सो सिंपली तुसी अपना फेस वॉश कर सकते हो या किसी भी अच्छे क्लेंजिंग मिल्क लोशन दे नाल उन्हें क्लीन कर सकते हो। Don't wear makeup. Makeup can clog your pores and will have to be removed before the procedure anyway. So makeup अगर तुसी उस दिन wear करते हो तो तुहाडे जिहड़े
ਪੋਰਸ ਨੇ ਉਹ ਕਲੌਗ ਹੋ ਜਾਂਦੇ ਨੇ ਔਰ ਉਨਾ ਹੀ ਮਿਹਨਤ ਕਰਨਾ ਪੈਂਦਾ ਹੈ ਉਹਨਾਂ ਨੂੰ ਕਲੀਨ ਕਰਨ ਦੇ ਵਿੱਚ, ਯਾਨੀ ਕਿ ਉਹ ਬਲੈਕਹੈਡਸ ਵੀ ਹੋ ਸਕਦੇ ਨੇ ਕਿ ਤੁਸੀਂ ਡਸਟ ਚੋਂ ਪੋਲਿਊਸ਼ਨ ਚੋਂ ਨਿਕਲ ਕੇ ਆ ਰਹੇ ਹੋ ਔਰ ਮੇਕਅਪ ਜਿਹੜਾ ਹੈ ਅਟਰੈਕਟ ਕਰ ਰਿਹਾ ਹੈ ਉਹਨੂੰ, ਪੋਲਿਊਸ਼ਨ ਨੂੰ, ਡਸਟ ਨੂੰ, ਔਰ ਤੁਹਾਡੇ ਪੋਰਸ ਜਿਹੜੇ ਨੇ ਹੋਰ ਟਾਈਟਨ ਹੋ ਰਹੇ ਨੇ, ਕਲੌਗ ਹੋ ਰਹੇ ਨੇ। ਸੋ ਟਰਾਈ ਟੂ ਅਵੋਇਡ ਕਿ ਮੇਕਅਪ ਉਸ ਦਿਨ ਜਿਹੜਾ ਹੈ ਤੁਸੀਂ ਵੇਅਰ ਨਾ ਕਰੋ ਜਿਸ ਦਿਨ ਫੇਸ਼ੀਅਲ ਕਰਵਾਉਣ ਜਾ ਰਹੇ ਹੋ। Get there early since the idea behind getting a facial is to relax. Plan on being early to minimize stress and to urge to rush. So facial ਦਾ motive ਹੁੰਦਾ ਹੈ ਕਿ ਹਾਂ relaxation ਵਾਸਤੇ ਜਾਣੇ ਹਾਂ, blood circulation ਸਾਡਾ normal ਹੋਵੇ, glands normally work ਕਰਨ, nervous system ਠੀਕ ਹੋਵੇ। ਸੋ ਰਸ਼ ਦੇ ਵਿੱਚ ਸਾਨੂੰ facial ਕਰਵਾਉਣ ਵਾਸਤੇ ਨਹੀਂ ਜਾਣਾ ਚਾਹੀਦਾ ਔਰ ਰਸ਼ ਦੇ ਵਿੱਚ ਹੀ ਜਿਹੜਾ ਹੈ ਸਾਨੂੰ ਕਰਵਾਉਣਾ ਵੀ ਨਹੀਂ ਚਾਹੀਦਾ ਔਰ ਕਰਵਾ ਕੇ ਨਿਕਲਣਾ ਵੀ ਨਹੀਂ ਚਾਹੀਦਾ। ਹਮੇਸ਼ਾ ਪਲਾਨਡ ਵੇ ਦੇ ਵਿੱਚ ਤੁਸੀਂ ਆਪਣਾ facial ਕਰਵਾਉਣ ਜਾਓ so that ਕਿ ਤੁਹਾਡਾ ਜਿਹੜਾ ਹੈ ਇੱਕ ਰਿਲੈਕਸੇਸ਼ਨ ਜਿਹੜਾ ਹੈ ਉਹ ਪ੍ਰੋਪਰ ਤੁਹਾਨੂੰ ਮਹਿਸੂਸ ਹੋ ਪਾਏ ਉਹਦੇ ਵਿੱਚ। So be ready for a brief consultation. When you first arrive, your licensed skincare health professional will want to chat about your skin type, your skincare routine, and any concerns you may have about your skin. So ਜਦੋਂ ਵੀ ਤੁਸੀਂ first time ਜਾਂਦੇ ਹੋ facial ਕਰਵਾਉਣ ਵਾਸਤੇ, ਹਮੇਸ਼ਾ consultation ਜ਼ਰੂਰੀ ਹੈ ਕਿ ਹਾਂ ਤੁਸੀਂ ਜਿਹੜਾ ਫੇਸ਼ੀਅਲ ਤੁਹਾਨੂੰ ਕਰਨ ਜਾ ਰਿਹਾ ਹੈ ਤੁਸੀਂ ਉਹਦੇ ਨਾਲ ਕੰਸਲਟੇਸ਼ਨ ਜ਼ਰੂਰ ਕਰਨੀ ਹੈ ਕਿ ਤੁਹਾਡਾ ਸਕਿਨ ਟਾਈਪ ਕੀ ਹੈ, ਤੁਹਾਡਾ ਸਕਿਨ ਕੇਅਰ ਰੂਟੀਨ ਕੀ ਹੈ, ਜਾਂ ਤੁਸੀਂ ਤੁਹਾਡੀ ਸਕਿਨ ਦੇ ਕੀ ਕੰਸਰਨਸ ਨੇ। ਸਮਟਾਈਮਸ ਅਸੀਂ ਜਿਹੜਾ ਹੈ ਕਿ ਜਾ ਕੇ ਸਿੱਧਾ ਉਹਨਾਂ ਨੂੰ ਬੋਲਦੇ ਹਾਂ ਕਿ ਹਾਂ ਜੋ ਵੀ ਤੁਹਾਨੂੰ ਠੀਕ ਲੱਗਦਾ ਉਹ ਤੁਸੀਂ ਕਰ ਦਿਓ। ਸੋ ਉਹ ਚੀਜ਼ ਜਿਹੜਾ ਹੈ ਉਹ ਆਈਡੀਆ ਨਹੀਂ ਹੋਣਾ ਚਾਹੀਦਾ ਉਹ ਸਾਡੇ ਦਿਮਾਗ ਦੇ ਵਿੱਚ। ਸਾਨੂੰ ਈਵਨ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ ਕਿ ਸਾਡੀ ਸਕਿਨ ਟਾਈਪ ਕਿਸ ਤਰ੍ਹਾਂ ਦੀ ਹੈ ਜਾਂ ਅਸੀਂ ਰੂਟੀਨ ਦੇ ਵਿੱਚ ਆਪਣੀ ਸਕਿਨ ਕੇਅਰ ਕਿਸ ਤਰ੍ਹਾਂ ਕਰਨੇ ਆ। Be prepared to get comfy. Wear a comfortable robe and a headband to tie your hair. So comfortable ਹੋ ਕੇ facial ਕਰਵਾਉਣਾ ਚਾਹੀਦਾ ਹੈ। So better ਹੈ ਕਿ ਅਗਰ ਤੁਸੀਂ bed ਤੇ lie down ਕਰਕੇ ਆਰਾਮ ਨਾਲ ਲੇਟ ਕੇ ਤੁਸੀਂ relaxed way ਦੇ ਵਿੱਚ facial ਕਰਵਾਉਂਦੇ ਹੋ। So proper comfortable ਜਿਹੜਾ ਹੈ robe ਤੁਹਾਨੂੰ ਪਹਿਨਣਾ ਚਾਹੀਦਾ ਔਰ headband ਵੀ ਹੋਣਾ ਚਾਹੀਦਾ ਹੈ ਕਿ ਤੁਹਾਡੇ ਵਾਲ ਬਾਰ-ਬਾਰ ਜਿਹੜੇ ਹੈ face ਤੇ ਨਾ ਆਉਣ। Turn off your phone ਸਭ ਤੋਂ important ਹੈ ਜੀ ਅੱਜ ਦੀ ਡੇਟ ਦੇ ਵਿੱਚ। Turn off your phone and let the rest of the world take care of itself. Get ready to settle in, be patient, enjoy the process of facial as it may take 45 minutes to 2 hours. So ਕੋਈ specialized ਅਗਰ ਤੁਸੀਂ facial ਲੈ ਰਹੇ ਹੋ ਜਿਹੜਾ targeted ਜਿਹਨੂੰ ਕਹਿੰਦੇ ਨੇ facial ਹੈ ਉਹ ਹੋ ਸਕਦਾ ਹੈ 1-1.5 ਘੰਟਾ ਜਾਂ 2 ਘੰਟੇ ਵੀ ਲਏ, ਬਟ ਮੇਜਰਲੀ ਜਿਹੜਾ ਬੇਸਿਕ ਫੇਸ਼ੀਅਲ ਜਿਹੜਾ ਹੈ 45 ਮਿੰਟਸ ਤੋਂ ਲੈ ਕੇ 1 ਆਵਰ ਜਿਹੜਾ ਹੈ ਮੈਂਟਲੀ ਪ੍ਰਿਪੇਅਰ ਹੋ ਤੁਸੀਂ, ਇੰਨਾ ਟਾਈਮ ਲੈਂਦਾ ਹੈ। It's going to get steamy. Aestheticians use steam to relax the skin and make it easier to work with. If you are not comfortable with steam, just let them know before. So sometimes ਕਈ ਲੋਕਾਂ ਨੂੰ steam ਜਿਹੜਾ ਹੈ ਉਹ ਸੂਟ ਨਹੀਂ ਕਰਦਾ ਹੈ। ਸੋ ਜੋ ਵੀ ਤੁਹਾਨੂੰ ਫੇਸ਼ੀਅਲ ਦੇਣ ਜਾ ਰਹੇ ਨੇ ਉਹਨਾਂ ਨੂੰ ਪਹਿਲੇ ਹੀ ਤੁਹਾਨੂੰ ਇਹਦੇ ਬਾਰੇ ਨੌਲੇਜ ਦੇਣਾ ਪਏਗਾ, ਇਨਫੋਰਮ ਕਰਨਾ ਪਏਗਾ ਕਿ ਤੁਹਾਨੂੰ ਸਟੀਮ ਜਿਹੜਾ ਹੈ ਉਹ ਸੂਟ ਨਹੀਂ ਕਰਦਾ ਹੈ, ਤਾਂ ਸਟੀਮ ਨੂੰ ਅਵੋਇਡ ਕੀਤਾ ਜਾਏ। Sometimes extractions are necessary. If you have some blackheads or whiteheads, your aesthetician will probably extract. If something hurts, burns or stings during facial, please let them know. So facial ਦੇ ਦੌਰਾਨ ਵੀ ਜਿਹੜਾ ਹੈ blackheads, whiteheads ਜਿਹੜੇ ਨੇ ਨਿਕਾਲੇ ਜਾਂਦੇ ਨੇ ਔਰ sometimes ਜਿਹੜਾ ਹੈ ਕਾਫੀ ਪ੍ਰੈਸ਼ਰ ਨਾਲ ਕਈ ਲੋਕ ਨਿਕਾਲ ਦਿੰਦੇ ਨੇ ਵਿਦਾਊਟ ਸਟੀਮ ਜਾਂ ਵਿਦਾਊਟ ਜਿਹੜਾ ਹੈ ਪ੍ਰੋਪਰ ਉਹਨੂੰ ਪਕੜ ਦੇ ਨਾਲ। ਸੋ ਅਗਰ ਤੁਹਾਨੂੰ ਕੁਝ ਹਰਟ ਕਰ ਰਿਹਾ ਹੈ, ਕੋਈ ਜਲਨ ਹੋ ਰਹੀ ਹੈ, ਕੁਝ ਇਸ ਤਰ੍ਹਾਂ ਦਾ ਫੀਲਿੰਗ ਮਹਿਸੂਸ ਹੁੰਦਾ ਹੈ, ਤੁਹਾਨੂੰ ਇਮੀਡੀਏਟਲੀ ਜਿਹੜਾ ਇਨਫੋਰਮ ਕਰਨਾ ਹੈ। ਅਦਰਵਾਈਜ਼ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਸ ਸਟੈਪ ਨੂੰ, ਉਹਨਾਂ ਨੂੰ ਇਨਫੋਰਮ ਕਰ ਸਕਦੇ ਹੋ ਕਿ ਬਲੈਕਹੈਡਸ ਜਾਂ ਵਾਈਟਹੈਡਸ ਜਿਹੜੇ ਹੈ ਨਹੀਂ ਨਿਕਲਵਾਣੇ ਕਿਉਂਕਿ ਉਹਦੇ ਨਾਲ ਪ੍ਰੋਬਲਮ ਹੁੰਦਾ ਹੈ। ਸੋ ਇਹ ਨੇ ਕੁਝ ਪ੍ਰੀਕਾਸ਼ਨਸ ਜਿਹੜੇ ਫੇਸ਼ੀਅਲ ਕਰਵਾਉਣ ਤੋਂ ਬਾਅਦ ਸਾਨੂੰ ਧਿਆਨ ਰੱਖਣੇ ਚਾਹੀਦੇ ਨੇ। ਡੋਂਟ ਵਾਸ਼ ਯਰ ਫੇਸ ਦੈਟ ਨਾਈਟ। ਦੇयर इज नो ਨੀਡ ਟੂ ਵਾਸ਼ ਯਰ ਫੇਸ ਬਿਫੋਰ ਬੈਡ ਟਾਈਮ। ਜਿਸ ਤਰ੍ਹਾਂ ਯੂਜਲੀ ਅਸੀਂ ਸਕਿਨ ਕੇਅਰ ਰੂਟੀਨ ਸਾਡੀ ਹੁੰਦੀ ਹੈ ਕਿ ਅਸੀਂ ਦਿਨ 'ਚ 2 ਵਾਰੀ ਫੇਸ ਵਾਸ਼ ਕਰਨੇ ਆ, ਇੱਕ ਦਿਨ ਦੇ ਟਾਈਮ ਤੇ ਇੱਕ ਰਾਤੀ ਸੌਣ ਦੇ ਟਾਈਮ ਤੇ। ਸੋ ਜਿਸ ਦਿਨ ਤੁਸੀਂ ਫੇਸ਼ੀਅਲ ਕਰਵਾਉਂਦੇ ਹੋ ਉਸ ਦਿਨ ਤੁਹਾਨੂੰ ਰਾਤੀ ਜਿਹੜਾ ਬੈਡ ਟਾਈਮ ਤੇ ਫੇਸ ਵਾਸ਼ ਨਹੀਂ ਕਰਨਾ ਚਾਹੀਦਾ। ਡੋਂਟ ਪੁੱਟ ਮੇਕਅਪ ਔਨ ਫॉर ਅ ਵਾਈਲ। ਅਵੋਇਡ ਮੇਕਅਪ ਐਟਲੀਸਟ ਫॉर द फर्स्ट डे। ਜਿਸ ਦਿਨ ਕਰਵਾਇਆ ਕੋਸ਼ਿਸ਼ ਕਰੋ ਉਸ ਦਿਨ ਤੁਸੀਂ ਮੇਕਅਪ ਅਪਲਾਈ ਨਾ ਕਰਵਾਓ ਕਿਉਂਕਿ ਤੁਹਾਡੇ ਪੋਰਸ ਜਿਹੜੇ ਨੇ ਆਲਰੇਡੀ ਓਪਨ ਕੀਤੇ ਗਏ ਨੇ ਸੋ ਦੈਟ ਆਕਸੀਜਨ ਜਿਹੜੀ ਹੈ ਅੱਛੀ ਤਰ੍ਹਾਂ ਪੈਨੀਟ੍ਰੇਟ ਹੋ ਸਕੇ ਤੁਹਾਡੇ ਸਕਿਨ ਦੇ ਅੰਦਰ। ਸੋ ਅਗਰ ਮੇਕਅਪ ਅਪਲਾਈ ਕਰਨੇ ਹਾਂ ਸੋ ਥਿਕ ਬੇਸ ਜਿਹੜਾ ਹੈ ਤੁਹਾਡੇ ਪੋਰਸ ਨੂੰ ਬਲੌਕ ਕਰ ਸਕਦਾ ਹੈ।
Avoid exfoliating for a few days. So थोड़े दिनों वास्ते exfoliation ਦੀ भी ज़रूरत नहीं है क्योंकि already ਤੁਸੀਂ deep exfoliation, deep massage लेके आए हो. Know that redness is normal. Some redness is normal after facial, but do speak to your skincare professional if it seems excessive or lasts several days. So थोड़ा बहुत red होना, mild ਜਾਂ pink होना face ਦਾ ਉਹ natural ਹੈ. ਹੁੰਦਾ ਹੀ ਹੈ ਕਿਉਂਕਿ ਸਾਡਾ ਬਲੱਡ ਸਰਕੂਲੇਸ਼ਨ ਜਿਹੜਾ ਹੈ ਸਟਾਰਟ ਹੁੰਦਾ ਹੈ ਵਾਰਮ ਅਪ ਹੁੰਦੀ ਹੈ ਬਾਡੀ ਫੇਸ ਸਾਡਾ ਸੋ ਬਟ ਅਗਰ ਜ਼ਿਆਦਾ ਦਿਨ ਤੱਕ ਤੁਹਾਡਾ ਫੇਸ ਰੈਡ ਰਹਿੰਦਾ ਹੈ ਜਾਂ ਜ਼ਿਆਦਾ ਦਿਨ ਤੱਕ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਤੇ ਤੁਹਾਨੂੰ ਆਪਣੇ ਜਿਹੜਾ ਵੀ ਸੈਲੂਨ ਹੈ ਜਿੱਥੋਂ ਤੁਸੀਂ ਕਰਵਾਇਆ ਹੈ ਫੇਸ਼ੀਅਲ ਪਰਸਨ ਜਿਹੜਾ ਹੈ ਕੰਸਰਨ ਉਹਦੇ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਪ੍ਰੋਫੈਸ਼ਨਲ ਹੈ ਜਾਂ ਨਹੀਂ ਹੈ ਕੋਈ ਫਰੈਸ਼ਰ ਤੇ ਨਹੀਂ ਹੈ ਸੋ ਤੁਹਾਨੂੰ ਇਹ ਸਭ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ ਹੈ ਔਰ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ ਇਹਦੇ ਬਾਰੇ ਅੱਗੇ ਫਰਦਰ Drink plenty of water. This will help keep your skin refreshed and hydrated. Stay out of the sun if you can. The new skin cells exposed by your facial are sensitive. Give them a few days out of the sun, and if you have to go out, use a high SPF sunscreen. So sun ਨੂੰ avoid ਕਰਨਾ ਚਾਹੀਦਾ ਹੈ facial ਕਰਵਾਉਣ ਤੋਂ ਬਾਅਦ ਥੋੜੇ ਦਿਨਾਂ ਵਾਸਤੇ. But still अगर तुसी जाना ज़रूरी है तो अच्छा SPF जड़ा है sunscreen lotion apply करना चाहिए. Moisturize your face along with drinking water. Using a gentle facial moisturizer can help lock hydration and keep your skin feeling beautiful. So moisturize होनी चाहिए है नहीं कि facial हो गया तो तुसी काफ़ी दिनों तक अपनी skin ਨੂੰ moisturize ना करो. Properly face wash अगले दिन तो same वही routine अपनी जड़ी तुसी use करते हो उन्हें continue करो. Keep up a healthy skincare routine. A good routine can help the effects of a facial last longer. Always follow CTM routine. So ਤੁਹਾਡੀ routine ਜਿਹੜੀ ਹੈ same ਉਹੀ next day ਤੋਂ continue ਕਰਨੀ ਚਾਹੀਦੀ ਹੈ. So ਉਹ results facials ਦੇ ਜਿਹੜੇ ਹੈ long lasting ਰਹਿੰਦੇ ਨੇ. So again CTM routine ਜਿਹੜਾ ਹੈ ਤੁਹਾਨੂੰ follow ਕਰਨਾ ਚਾਹੀਦਾ ਹੈ ਔਰ once in a week ਜਿਹੜਾ ਹੈ ਅੱਛੇ scrub ਦੇ ਨਾਲ ਜਾਂ exfoliator ਦੇ ਨਾਲ ਜਿਹੜਾ ਹੈ exfoliate ਕਰਨਾ ਚਾਹੀਦਾ ਹੈ. So next ਆਂਦੀਆਂ ਨੇ facial strokes ਕਿਹੜੀਆਂ different strokes ਹੁੰਦੀਆਂ ਨੇ ਜਿਨ੍ਹਾਂ ਦੇ ਨਾਲ facial ਨੂੰ ਕੀਤਾ ਜਾਂਦਾ ਹੈ. So majorly ਇਹ face ਹੈ so upward downward so circular motion ਚ clockwise anti clockwise ਇਹ ਸਾਰੀਆਂ motions ਜਿਸ arrows ਦੇ ਵਿੱਚ ਜਾ ਰਹੀਆਂ ਨੇ ਉਸੇ arrows ਦੇ ਵਿੱਚ ਸਾਨੂੰ ਜਿਹੜਾ ਹੈ ਉਹ strokes ਨੂੰ ਜਿਹੜਾ ਹੈ ਦੇਣਾ ਚਾਹੀਦਾ ਹੈ. So majorly ਅਗਰ ਦੇਖਿਆ ਜਾਏ ਤੇ facial strokes ਜਾਂ ਜਿਹੜੀਆਂ ਵੀ movements ਨੇ ਉਹ basically movements same ਉਹੀ ਹੁੰਦੀਆਂ ਨੇ ਜਿਹੜੀਆਂ ਅਸੀਂ ਜਿਸ ਤਰ੍ਹਾਂ body massage ਦੇ ਵਿੱਚ ਦੇਖੀਆਂ ਸੀ ਸੋ ਜਿਸ ਤਰ੍ਹਾਂ ਨੀਡਿੰਗ ਹੈ ਟੈਪਿੰਗ ਹੈ ਕਲੈਪਿੰਗ ਹੈ ਬਟ ਇਹਦੇ ਵਿੱਚ ਜਿਹੜਾ ਹੈ ਥੋੜਾ ਮਾਈਲਡ ਜਿਹਨੂੰ ਕਹਿੰਦੇ ਨੇ ਉਹ ਪ੍ਰੈਸ਼ਰ ਦੇ ਨਾਲ ਕੀਤੀਆਂ ਜਾਂਦੀਆਂ ਨੇ ਸੋ ਲਿਫਟਿੰਗ ਹੈ ਪਿੰਚਿੰਗ ਹੈ ਸੋ ਬੇਸਿਕਲੀ ਡਿਫਰੈਂਟ ਜਿਹੜੀਆਂ ਨੇ ਟਰਮਸ ਨੂੰ ਡਿਫਰੈਂਟ ਨਾਮਸ ਦੇ ਨਾਮ ਜਾਣਿਆ ਜਾਂਦਾ ਹੈ ਸੋ ਮੇਬੀ ਹੋ ਸਕਦਾ ਹੈ ਕਈ ਉਹਨੂੰ ਲਿਫਟਿੰਗ ਕਹਿੰਦੇ ਨੇ ਕਈ ਉਹਨੂੰ ਪਿੰਚਿੰਗ ਕਹਿੰਦੇ ਨੇ ਸੋ ਡਿਪੈਂਡ ਕਰਦਾ ਹੈ ਕਿ ਹਾਂ I don't know ਕਿ ਤੁਹਾਡੇ ਸਿਲੇਬਸ ਦੇ ਵਿੱਚ ਕੀ ਹੈ but to the best of my knowledge ਜਿਹੜਾ ਮੈਂ ਤੁਹਾਨੂੰ ਇਹ ਸੈਸ਼ਨ ਜਿਹੜਾ ਹੈ ਪ੍ਰੋਵਾਈਡ ਕਰ ਰਹੀ ਹਾਂ ਸੋ ਟਰਮਸ ਦੇ ਨਾਮ ਅਲੱਗ-ਅਲੱਗ ਹੋ ਸਕਦੇ ਨੇ ਬਟ ਅਲਟੀਮੇਟਲੀ ਮੂਵਮੈਂਟਸ ਜਿਹੜੀਆਂ ਨੇ ਉਹੀ ਸੇਮ ਮੂਵਮੈਂਟਸ ਤੇ ਹੁੰਦੀਆਂ ਨੇ ਜਿਹੜੀਆਂ ਅਸੀਂ ਯੂਜ਼ ਕਰਨੇ ਆ ਸਿਵਾਏ ਇੱਕ ਡਿਪਾਰਟਮੈਂਟ ਜਿਹੜੀ ਕਿ ਮੇਜਰਲੀ ਸਿਰਫ ਬਾਡੀ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਮੂਵਮੈਂਟਸ ਯੂਜ਼ ਕਿਉਂਕਿ ਉਹ ਕਾਫੀ ਹੈਵੀ ਪ੍ਰੈਸ਼ਰ ਵਾਲੀਆਂ ਮੂਵਮੈਂਟਸ ਹੁੰਦੀਆਂ ਨੇ ਔਰ ਲਾਰਜਰ ਏਰੀਆਜ਼ ਤੇ ਹੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਲਾਸਟ ਲੈਕਚਰ 'ਚ ਕਿ ਉਹਦੇ ਤੇ ਯੂਜ਼ ਹੁੰਦੀਆਂ ਨੇ ਸੋ ਫੇਸ ਸਾਡਾ ਓਵਰਆਲ ਸਾਰਾ ਹੀ ਡੈਲੀਕੇਟ ਹੁੰਦਾ ਹੈ ਕਿਉਂਕਿ ਆਈਜ਼ ਵੀ ਡੈਲੀਕੇਟ ਹੁੰਦੀਆਂ ਨੇ ਈਵਨ ਸਾਡਾ ਨੋਜ਼ ਜਿਹੜਾ ਹੈ ਉਹ ਵੀ ਡੈਲੀਕੇਟ ਹੁੰਦਾ ਹੈ ਕਿਉਂਕਿ ਅਸੀਂ ਇਹਦੇ ਤੋਂ ਬਰੀਥ ਵੀ ਕਰਨਾ ਹੈ ਸਾਈਮਲਟੇਨੀਅਸਲੀ ਸੋ ਇਹਦੇ 'ਚ ਅਸੀਂ ਮਾਈਲਡ ਮੂਵਮੈਂਟਸ ਜਾਂ ਸਟ੍ਰੋਕਸ ਜਿਹੜੇ ਨੇ ਉਹ ਯੂਜ਼ ਕਰਾਂਗੇ ਸੋ ਸਭ ਤੋਂ ਪਹਿਲੇ ਹੈ ਫੋਰਹੈਡ forehead ਤੇ ਜਿਹੜੀਆਂ ਅਸੀਂ ਮੂਵਮੈਂਟਸ ਕਰਨੇ ਹਾਂ ਉਹਨਾਂ ਦਾ ਕੀ ਫਾਇਦਾ ਹੁੰਦਾ ਹੈ ਟੋਨਸ ਮਸਲਸ ਟੂ ਪ੍ਰੀਵੈਂਟ ਦ ਫਾਰਮੇਸ਼ਨ ਆਫ ਹੋਰੀਜ਼ੋਨਟਲ ਲਾਈਨਸ starting at the center of the forehead gradually move fingers across the brow in 6 complete circular motions so first step ਇਹਦੇ ਵਿੱਚ ਇਹ ਹੁੰਦਾ ਹੈ ਕਿ ਹਾਂ forehead ਦੇ center ਤੋਂ ਤੁਸੀਂ ਸ਼ੁਰੂ ਕਰਦੇ ਹੋ ਔਰ circular motion ਦੇ ਵਿੱਚ ਤੁਸੀਂ eyebrows ਦੇ around ਜਿਹੜਾ ਹੈ ਉਹਨੂੰ 6 complete circular motions ਦੇ ਵਿੱਚ complete ਕਰਦੇ ਹੋ So 3 time ਇਹਨੂੰ ਜਿਹੜਾ ਹੈ ਇਸ motion ਨੂੰ repeat ਕਰਨਾ ਹੈ forehead ਦੇ ਉੱਤੇ Finish by gently pressing the pressure points at the temples for 3 counts. Pressure should not be painful. So eyebrows ਦੇ ਨਜ਼ਦੀਕ ਜਿਹੜਾ
ਤੁਹਾਨੂੰ ਜਿਹਨੂੰ ਅਸੀਂ ਪੁੜਪੜੀਆਂ ਕਹਿੰਦੇ ਹਾਂ ਉਹਦੇ ਆਸ-ਪਾਸ ਜਿਹੜੇ ਨੇ ਪ੍ਰੈਸ਼ਰ ਪੁਆਇੰਟਸ ਹੁੰਦੇ ਨੇ। ਸੋ ਤੁਹਾਨੂੰ ਉਹ ਰਾਉਂਡ ਮੋਸ਼ਨ ਦੇ ਵਿੱਚ ਜਿਹੜਾ ਹੈ ਮਸਾਜ ਨੂੰ ਉੱਥੋਂ ਤੱਕ ਖਤਮ ਕਰਨਾ ਹੈ ਜਿਹਨੂੰ ਪੁੜਪੜੀਆਂ ਕਹਿੰਦੇ ਨੇ। ਉੱਥੋਂ ਤੱਕ ਜਿਹੜਾ ਹੈ ਤੁਹਾਨੂੰ ਆਪਣਾ ਮੋਸ਼ਨ ਜਿਹੜਾ ਹੈ ਉਹ ਲੈ ਕੇ ਜਾਣਾ ਹੈ ਮਸਾਜ ਦਾ, ਔਰ ਉੱਥੇ ਜਾ ਕੇ ਹਲਕਾ ਹਲਕਾ ਜਿਹੜਾ ਹੈ 3 ਕਾਊਂਟ ਕਰਨ ਤੱਕ 1 2 3 3 ਕਾਊਂਟ ਕਰਨ ਤੱਕ ਤੁਹਾਨੂੰ ਹਲਕਾ ਹਲਕਾ ਹੱਥਾਂ ਨਾਲ ਪ੍ਰੈਸ਼ਰ ਦੇਣਾ। ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਪੇਨਫੁਲ ਨਹੀਂ ਹੋਣਾ ਚਾਹੀਦਾ ਤੁਹਾਡਾ। ਸੋ ਨੈਕਸਟ ਆਂਦਾ ਹੈ ਜੀ ਜਿਹੜਾ ਸਟ੍ਰੋਕ ਦੂਸਰਾ ਦਿੱਤਾ ਜਾਂਦਾ ਹੈ ਉਹ ਨੋਜ਼ ਦੇ ਆਸ-ਪਾਸ ਦਿੱਤਾ ਜਾਂਦਾ ਹੈ। ਨੋਜ਼ ਦੇ ਆਸ-ਪਾਸ ਜਿਹੜਾ ਸਟ੍ਰੋਕ ਦਿੱਤਾ ਜਾਂਦਾ ਹੈ that prevents the formation of horizontal lines। ਸੋ ਬੇਸਿਕਲੀ ਇਹ ਵੀ ਜਿਹੜਾ ਹੈ ਸਕਿਨ ਨੂੰ ਸਟ੍ਰੈਚ ਕਰਨ ਵਾਸਤੇ ਕੀਤਾ ਜਾਂਦਾ ਹੈ। ਨੋਜ਼ ਦੇ ਆਸੇ-ਪਾਸੇ ਜਿਹੜਾ ਹੁੰਦਾ ਹੈ horizontal lines ਕ੍ਰੀਏਟ ਨਾ ਹੋਣ। ਸੋ ਇਹਦੇ ਵਿੱਚ ਸਲਾਈਡ ਫਿੰਗਰਸ ਟੂਵਰਡਸ along the sides of your nose starting from the inner hollow of the eye। ਸੋ ਇਨਰ ਹੋਲੋ ਆਫ ਦਾ ਆਈ ਹੁੰਦਾ ਜਿੱਥੋਂ ਤੁਹਾਡਾ ਆਈਬ੍ਰੋ ਸਟਾਰਟ ਹੁੰਦਾ ਹੈ, ਉੱਥੋਂ ਦੀ ਲੈ ਕੇ ਤੁਹਾਨੂੰ ਨੀਚੇ ਨੱਕ ਤੱਕ ਜਿਹੜਾ ਹੈ ਆਪਣੇ ਫਿੰਗਰਸ ਦੇ ਨਾਲ ਜਿਹੜਾ ਹੈ ਡਾਊਨਵਰਡ ਮੋਸ਼ਨ ਦੇ ਵਿੱਚ ਜਿਹੜਾ ਹੈ ਮਸਾਜ ਸਟਾਰਟ ਕਰਨੀ ਹੈ। Use left hand to massage the right side of the nose and the right hand for the left side। ਸੋ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕਰਾਂਗੇ। ਜਿਹੜਾ ਤੁਹਾਡਾ ਰਾਈਟ ਹੈਂਡ ਸਾਈਡ ਦੀ ਨੋਜ਼ ਦੀ ਸਾਈਡ ਹੈ ਉਹਦੇ ਵਾਸਤੇ ਅਸੀਂ ਲੈਫਟ ਹੈਂਡ ਦੀਆਂ ਫਿੰਗਰਸ ਯੂਜ਼ ਕਰਾਂਗੇ, ਔਰ ਜਿਹੜਾ ਤੁਹਾਡਾ ਲੈਫਟ ਹੈਂਡ ਸਾਈਡ ਵਾਲਾ ਨੋਜ਼ ਦਾ ਸਾਈਡ ਹੈ ਉਹਦੇ ਵਾਸਤੇ ਅਸੀਂ ਰਾਈਟ ਹੈਂਡ ਸਾਈਡ ਦੀਆਂ ਫਿੰਗਰਸ ਯੂਜ਼ ਕਰਾਂਗੇ। ਸੋ ਆਪੋਜ਼ਿਟ ਫਿੰਗਰਸ ਜਿਹੜੀਆਂ ਆਪੋਜ਼ਿਟ ਸਾਈਡਸ ਦੇ ਉੱਤੇ ਯੂਜ਼ ਕੀਤੀਆਂ ਜਾਣਗੀਆਂ। ਰਿਪੀਟ 3 ਟਾਈਮਸ ਔਨ ਈਚ ਸਾਈਡ ਆਫ ਨੋਜ਼। 3 ਵਾਰੀ ਜਿਹੜਾ ਹੈ ਇਹ ਪ੍ਰੋਸੀਜਰ ਜਿਹੜਾ ਹੈ ਰਿਪੀਟ ਕੀਤਾ ਜਾਏਗਾ। ਥਰਡ ਸਟ੍ਰੋਕ ਜਿਹੜਾ ਆਂਦਾ ਹੈ ਸਾਡਾ ਉਹ ਨੋਸਟ੍ਰਿਲਸ ਦੇ ਆਸੇ-ਪਾਸੇ ਹੁੰਦਾ ਹੈ। So helps unclog pores and prevent blackheads and blemishes। So nostrils ਦੇ ਆਸੇ-ਪਾਸੇ ਜਦੋਂ ਅਸੀਂ ਉਹਨੂੰ ਜਿਹਨੂੰ ਕਹਿੰਦੇ ਨੇ ਸਟ੍ਰੋਕ ਦਿੰਨੇ ਆ, ਮਸਾਜ ਕਰਨੇ ਆ, ਉਹਦੇ ਨਾਲ ਕੀ ਹੁੰਦਾ ਹੈ ਸਾਡਾ ਬਲੈਕਹੈਡਸ ਜਿਹੜੇ ਹੁੰਦੇ ਨੇ ਉਹ ਇੱਕ ਤੇ ਸੌਫਟ ਹੋ ਜਾਂਦੇ ਨੇ, ਨਿਕਾਲਣ 'ਚ ਸਾਨੂੰ ਹੈਲਪ ਮਿਲਦੀ ਹੈ। ਐਂਡ ਮੋਰ ਓਵਰ ਜਿਹੜੇ ਸਾਡੇ ਬਲੈਮਿਸ਼ਸ ਹੋ ਜਾਂਦੇ ਨੇ ਨੱਕ ਦੇ ਉੱਤੇ ਸਮਟਾਈਮਸ, ਸੋ ਉਹਨਾਂ ਨੂੰ ਵੀ ਜਿਹੜਾ ਹੈ ਲਾਈਟਨ ਕਰਨ 'ਚ ਹੈਲਪ ਮਿਲਦੀ ਹੈ। So circle back and forth around nostrils, applying extra pressure during the upward stroke। So circular motion ਦੇ ਵਿੱਚ nostril ਦੀ shape ਦੇ ਵਿੱਚ ਤੁਹਾਨੂੰ ਜਿਹੜਾ ਹੈ up down circular motion ਦੇ ਵਿੱਚ ਜਿਹੜਾ ਹੈ movement ਦੇ ਵਿੱਚ ਤੁਹਾਨੂੰ ਮਸਾਜ ਕਰਨਾ ਹੈ। ਸੋ ਜਦੋਂ ਤੁਸੀਂ upward ਆਉਂਦੇ ਹੋ ਥੋੜਾ ਜਿਹਾ pressure ਜ਼ਿਆਦਾ ਹੋਣਾ ਚਾਹੀਦਾ ਹੈ comparatively ਤੁਹਾਡਾ downward motion ਤੇ। ਇਹ ਵਾਲਾ ਜਿਹੜਾ ਹੈ ਤੁਹਾਨੂੰ 6 ਟਾਈਮਸ ਕਰਨਾ ਹੈ ਕਿਉਂਕਿ ਮੇਜਰਲੀ ਇਹ ਵਾਲਾ ਏਰੀਆ ਹੁੰਦਾ ਹੈ ਜਿਹਦੇ ਉੱਤੇ ਸਾਨੂੰ ਜ਼ਿਆਦਾ ਫੋਕਸ ਕਰਨਾ ਪੈਂਦਾ ਹੈ ਕਿਉਂਕਿ ਬਲੈਕਹੈਡਸ ਜਿਹੜੇ ਨੇ ਹੁੰਦੇ ਨੇ, ਵਾਈਟ ਹੈਡਸ ਹੋ ਜਾਂਦੇ ਨੇ। ਸੋ ਉਹਨੂੰ ਅਸੀਂ ਅਲਟੀਮੇਟਲੀ ਜਿਹੜਾ ਹੈ ਰਿਮੂਵ ਕਰਨਾ ਹੁੰਦਾ ਹੈ। ਸੋ ਅਗਰ ਅਸੀਂ ਇੱਥੇ ਜ਼ਿਆਦਾ ਥੋੜਾ ਟਾਈਮ ਮਸਾਜ ਕਰਨੇ ਆ ਤੇ ਉਨਾ ਹੀ ਸਾਡਾ ਜਿਹੜਾ ਹੈ ਸੌਫਟ ਹੋ ਜਾਂਦਾ ਹੈ ਉਹ ਏਰੀਆ, ਔਰ ਐਕਸਟਰੈਕਟ ਕਰਨ ਦੇ ਵਿੱਚ ਸਾਨੂੰ ਈਜ਼ੀ ਹੋ ਜਾਂਦਾ ਹੈ। ਫੋਰਥ ਸਟ੍ਰੋਕ ਜਿਹੜਾ ਅਸੀਂ ਦਿੰਨੇ ਆ ਉਹ ਅਸੀਂ ਮਾਊਥ ਦੇ ਅਰਾਊਂਡ ਦਿੰਨੇ ਆ। ਜਦੋਂ ਮਾਊਥ ਦੇ ਅਰਾਊਂਡ ਦਿੰਨੇ ਆ ਤੇ ਮਿਨੀਮਾਈਜ਼ਸ ਲਾਈਨਸ ਅਰਾਊਂਡ ਮਾਊਥ ਐਂਡ ਸੈਗਿੰਗ ਐਟ ਲਿਪ ਕਾਰਨਰਸ। ਸੋ ਲਿਪ ਦੇ ਕਾਰਨਰ ਜਿੱਥੇ ਸਾਡੇ ਲਿਪਸ ਐਂਡ ਹੁੰਦੇ ਨੇ, ਜੁਆਇਨ ਕਰਦੇ ਨੇ, ਸਾਡੇ ਮਾਊਥ ਜਿਹੜਾ ਹੈ ਉਹਦੇ ਵਿੱਚ ਅਸੀਂ ਜਿਹੜਾ ਹੈ ਇਹ ਸਕਿਨ ਜਿਹੜੀ ਸਾਡੀ ਲਟਕ ਜਾਂਦੀ ਹੈ ਜਾਂ ਲਿਪ ਕਾਰਨਰਸ ਜਿਹੜੇ ਹੁੰਦੇ ਨੇ ਉਹਦੇ ਆਸ-ਪਾਸ ਜਿਹੜੀਆਂ ਲਾਈਨਸ ਬਣ ਜਾਂਦੀਆਂ, ਸਮਾਈਲ ਲਾਈਨਸ ਵੀ ਹੁੰਦੀਆਂ ਕਈਆਂ ਦੇ। ਸੋ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਜਿਹੜੀ ਹੈ ਸਾਡੀ ਇਹ ਮੂਵਮੈਂਟ ਜਿਹੜੀ ਹੈ ਹੈਲਪ ਕਰਦੀ ਹੈ। Massage along the lower lip, moving outward and upward to lift the corners of the mouth। So basically upward ਜਿਹੜਾ ਹੈ ਉਹ push ਕਰਨਾ ਹੁੰਦਾ ਹੈ, pull ਕਰਨਾ ਹੁੰਦਾ ਹੈ। So ਜਦੋਂ ਤੁਸੀਂ ਮਸਾਜ ਕਰਦੇ ਹੋ ਸੋ ਲੋਅਰ ਲਿਪ ਜਿਹੜਾ ਹੈ ਤੁਹਾਡਾ ਨੀਚੇ ਵਾਲੇ ਲਿਪ ਤੋਂ ਤੁਸੀਂ ਸਟਾਰਟ ਕਰਦੇ ਹੋ ਔਰ ਤੁਸੀਂ ਮਸਾਜ ਜਿਹੜੀ ਹੈ ਉੱਪਰ ਪੁੱਲ ਕਰਦੇ ਹੋ ਅਪਵਰਡ ਮੋਸ਼ਨ ਦੇ ਵਿੱਚ, ਸੋ ਦੈਟ ਜਿਹੜੀਆਂ ਫਾਈਨ ਲਾਈਨਸ ਜਾਂ ਸਮਾਈਲ ਲਾਈਨਸ ਬਣਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਠੀਕ ਕੀਤਾ ਜਾ ਸਕੇ। ਸੋ ਰਿਲੀਜ਼ ਜੈਂਟਲੀ, ਉਹਨੂੰ ਥੋੜਾ ਪੁੱਲ ਕਰਕੇ ਤੁਸੀਂ ਹੋਲਡ ਕਰਦੇ ਹੋ ਔਰ ਫਿਰ ਹੌਲੀ ਹੌਲੀ ਉਹਨੂੰ ਜੈਂਟਲੀ ਉਸ ਜਿਹਨੂੰ ਸਕਿਨ ਨੂੰ ਜਿਹੜਾ ਤੁਸੀਂ ਪੁੱਲ ਕੀਤਾ ਹੈ, ਲਿਫਟ ਕੀਤਾ ਹੈ, ਪਿੰਚ ਕਰਦੇ ਹੋ, ਉਹਨੂੰ ਤੁਸੀਂ ਜੈਂਟਲੀ ਰਿਲੀਜ਼ ਕਰਨਾ ਹੈ। ਅਗੇਨ ਇਹ 3 ਟਾਈਮਸ ਵਾਸਤੇ ਇਹ ਮੋਸ਼ਨ ਜਿਹੜਾ ਹੈ ਰਿਪੀਟ ਕੀਤਾ ਜਾਂਦਾ ਹੈ। ਫਿਫਥ ਸਟ੍ਰੋਕ ਜਿਹੜੀ ਹੈ ਅਸੀਂ ਚੀਕਸ ਦੇ ਅਰਾਊਂਡ ਦਿੰਨੇ ਆ। ਇਟ ਹੈਲਪਸ ਪ੍ਰੀਵੈਂਟ ਸੈਗਿੰਗ, ਜਿਹੜੀ ਸਕਿਨ ਸਾਡੀ ਲਟਕਣੀ ਸਟਾਰਟ ਹੋ ਜਾਂਦੀ ਹੈ ਉਹਦੇ ਤੋਂ ਹੈਲਪ ਮਿਲਦੀ ਹੈ ਸਾਨੂੰ। ਮਸਾਜ ਆਊਟਵਰਡ ਹੁੰਦਾ ਹੈ ਸਾਡਾ ਕੰਨਾਂ ਵਾਲੀ ਸਾਈਡ ਵੱਲ ਜਦੋਂ ਅਸੀਂ ਮੋਸ਼ਨ ਨੂੰ ਨਿਕਾਲਨੇ ਆ, ਜਾਂ ਟੈਂਪਲਸ ਜਿਹੜੇ ਨੇ ਪੁੜਪੜੀਆਂ ਨੇ ਉਹਨਾਂ ਵੱਲ ਅਸੀਂ
ਨਿਕਾਲਨੇ ਉਹ ਸਾਡਾ ਆਊਟਰ ਏਰੀਆ ਹੁੰਦਾ ਹੈ। ਇਨਰ ਏਰੀਆ ਸਾਡਾ ਹੁੰਦਾ ਹੈ ਕਿ ਹਾਂ ਜਿੱਥੇ ਆਈਜ਼ ਆ ਗਿਆ, ਨੋਜ਼ ਆ ਗਿਆ, ਲਿਪਸ ਆ ਗਿਆ, ਚੀਕਸ ਆ ਗਿਆ, ਸਾਡਾ ਇਨਰ ਏਰੀਆ ਹੈ। ਸੋ ਮੂਵਮੈਂਟ ਜਿਹੜੀ ਹੈ ਅਸੀਂ ਇਨਰ ਏਰੀਆ ਤੋਂ ਸਟਾਰਟ ਕਰਕੇ ਆਊਟਵਰਡ ਯਾਨੀ ਕਿ ਕੰਨਾਂ ਤੱਕ ਲੈ ਕੇ ਜਾਣੀ ਹੈ ਜਾਂ ਉੱਪਰ ਪੁੜਪੜੀਆਂ ਤੱਕ ਲੈ ਕੇ ਜਾਣੀ ਹੈ। So massage outward from the chin to the earlobe in 6 circular motions focusing on the jaw line. So jaw line ਹੁੰਦੀ ਹੈ ਜੀ ਤੁਹਾਡਾ ਜਿਹੜਾ ਜਬੜਾ ਜਿਹਨੂੰ ਕਿਹਾ ਜਾਂਦਾ ਹੈ। ਸੋ ਉਹਦੇ ਉੱਤੇ ਫੋਕਸ ਜ਼ਿਆਦਾ ਰੱਖਣਾ ਹੈ ਕਿਉਂਕਿ ਉੱਥੇ ਵੀ ਬਹੁਤ ਜ਼ਿਆਦਾ ਲਾਈਨਸ ਬਣ ਜਾਂਦੀਆਂ ਨੇ, ਸਕਿਨ ਲਟਕਣੀ ਸ਼ੁਰੂ ਹੋ ਜਾਂਦੀ ਹੈ। ਸੋ ਅਪਵਰਡ ਮੋਸ਼ਨ ਦੇ ਵਿੱਚ ਉੱਪਰ ਨੂੰ ਹੋਣੀ ਚਾਹੀਦੀ ਹੈ ਮਸਾਜ, ਔਰ ਜਿਹੜੀ ਚੀਕਸ ਦੀ ਮਸਾਜ ਹੈ ਤੁਹਾਡੀ ਉੱਪਰ ਨੂੰ ਹੁੰਦੇ ਹੋਏ ਬਾਹਰ ਨੂੰ ਕੰਨਾਂ ਤੱਕ ਨਿਕਲਣੀ ਚਾਹੀਦੀ ਹੈ ਜਾਂ ਉੱਪਰ ਟੈਂਪਲਸ ਤੱਕ ਜਾ ਕੇ ਉੱਥੇ ਪ੍ਰੈਸ਼ਰ ਨਾਲ ਥੋੜਾ ਜਿਹਾ ਪੁਆਇੰਟ ਦੇ ਕੇ ਫਿਰ ਖਤਮ ਹੋਣੀ ਚਾਹੀਦੀ ਹੈ। 6 ਟਾਈਮਸ ਹੋਣੀ ਚਾਹੀਦੀ ਹੈ ਜੀ ਇਹ। ਗਲਾਈਡ ਫਿੰਗਰਸ ਟੂ ਕਾਰਨਰਸ ਆਫ ਦ ਮਾਊਥ ਐਂਡ ਮਸਾਜ ਅਪ ਟੂ ਦ ਮਿਡਲ ਆਫ ਦ ਏਅਰ। ਜਿਹੜੀ ਮਾਊਥ ਤੋਂ ਤੁਸੀਂ ਸਟਾਰਟ ਕਰੋਗੇ ਉਹ ਏਅਰ ਤੱਕ ਖਤਮ ਹੋਣੀ ਚਾਹੀਦੀ ਹੈ। ਜਿਹੜੀ ਆਈਜ਼ ਦੇ ਅਰਾਊਂਡ ਤੁਸੀਂ ਸਟਾਰਟ ਕਰੋਗੇ ਉਹ ਉੱਪਰ ਤੱਕ ਤੁਹਾਡੇ ਟੈਂਪਲਸ ਤੱਕ ਯਾਨੀ ਪੁੜਪੜੀਆਂ ਤੱਕ ਖਤਮ ਹੋਣੀ ਚਾਹੀਦੀ ਹੈ। Glide again to the nostrils and massage to the temples. Glide back to chin and repeat all steps 3 times. ਸੋ ਅਗੇਨ ਨੋਸਟ੍ਰਿਲਸ ਦੇ ਆਸ-ਪਾਸ ਤੁਸੀਂ ਨਾਲ ਹੀ ਜਿਹੜਾ ਹੈ ਥੋੜਾ ਜਿਹਾ ਮਸਾਜ ਕਰਦੇ ਹੋ। ਸੋ ਮਸਾਜ ਜਿਹੜਾ ਹੈ ਨੋਸਟ੍ਰਿਲਸ ਤੋਂ ਸਟਾਰਟ ਹੋ ਕੇ ਤੁਹਾਡੇ ਉੱਪਰ ਟੈਂਪਲਸ ਤੱਕ ਹੋਣੀ ਚਾਹੀਦੀ ਹੈ ਯਾਨੀ ਪੁੜਪੜੀਆਂ ਤੱਕ ਜਾਣੀ ਚਾਹੀਦੀ ਹੈ। ਸੋ ਦੈਟ ਪੁੜਪੜੀਆਂ ਜਿਹੜੀ ਹੈ ਜਦੋਂ ਉਹਦੇ ਤੇ ਹਲਕਾ ਜਿਹਾ ਪ੍ਰੈਸ਼ਰ ਅਸੀਂ ਦਿੰਨੇ ਆ ਤੇ ਉਹ ਸਾਨੂੰ ਰਿਲੈਕਸੇਸ਼ਨ ਮੋਡ ਦੇ ਵਿੱਚ ਲੈ ਕੇ ਜਾਂਦੀ ਹੈ। ਗਲਾਈਡ ਬੈਕ ਟੂ ਚਿਨ, ਚਿਨ ਤੇ ਵਾਪਸ ਆਓ ਤੇ ਰਿਪੀਟ ਕਰੋ ਇਹ ਸਾਰੇ ਸਟੈਪਸ ਜਿਹੜੇ ਅਸੀਂ ਉੱਪਰ ਹੁਣੇ ਕੀਤੇ ਨੇ। Finish by pressing the pressure points at your temples. So ਜਿਸ ਤਰ੍ਹਾਂ ਤੁਹਾਨੂੰ ਹੁਣੇ ਮੈਂ ਦੱਸਿਆ ਕਿ ਉੱਪਰ ਤੱਕ ਕੰਪਲੀਟ ਹੋਣੀ ਚਾਹੀਦੀ ਹੈ, ਵਿਚਕਾਰ ਨਹੀਂ ਹੈ ਕਿ ਹਾਂ ਇੱਥੋਂ ਤੱਕ ਸਰਕੂਲਰ ਮੋਸ਼ਨ ਕੀਤਾ ਛੋੜਤਾ ਕੀਤਾ ਛੋੜਤਾ। ਸੋ ਇੱਕ ਰਿਦਮ ਦੇ ਵਿੱਚ ਜਿਹੜੀ ਹੈ ਵਿਦਾਊਟ ਐਨੀ, ਜਿਹਨੂੰ ਕਹਿੰਦੇ ਨੇ ਹੌਲੀ ਹੌਲੀ ਭਾਵੇਂ ਹੋਵੇ ਬਟ ਵਿਦਾਊਟ ਐਨੀ ਬ੍ਰੇਕ ਜਿਹੜੀ ਹੈ ਤੁਹਾਡੀ ਕੰਟੀਨਿਊਟੀ ਦੇ ਵਿੱਚ ਮਸਾਜ ਹੋਣੀ ਚਾਹੀਦੀ ਹੈ। ਜਿਹੜਾ ਨੈਕਸਟ ਸਟ੍ਰੋਕ ਹੁੰਦਾ ਹੈ ਉਹ ਆਈਜ਼ ਦੇ ਅਰਾਊਂਡ ਕੀਤਾ ਜਾਂਦਾ ਹੈ। ਸੋ ਆਈਜ਼ ਦੇ ਅਰਾਊਂਡ ਜਿਹੜਾ ਹੈ ਕਲੌਕਵਾਈਜ਼ ਐਂਟੀ ਕਲੌਕਵਾਈਜ਼ ਸਰਕੂਲਰ ਮੋਸ਼ਨ ਦੇ ਵਿੱਚ ਕੀਤਾ ਜਾਂਦਾ ਹੈ। ਸੋ ਪ੍ਰੀਵੈਂਟਸ ਦ ਫਾਰਮੇਸ਼ਨ ਆਫ ਰਿੰਕਲਸ ਐਂਡ ਸੈਗਿੰਗ ਅੰਡਰ ਆਈਜ਼। ਸੋ ਰਿੰਕਲਸ ਜਿਹੜੇ ਨੇ ਆਈਜ਼ ਦੇ ਅਰਾਊਂਡ ਹੁੰਦੇ ਨੇ ਉਹਦੇ ਤੋਂ ਪ੍ਰੀਵੈਂਸ਼ਨ ਮਿਲਦਾ ਹੈ ਸਾਨੂੰ। ਸੈਗਿੰਗ ਜਿਸ ਤਰ੍ਹਾਂ ਪਫੀਨੈਸ ਹੋ ਜਾਂਦੀ ਹੈ, ਸਕਿਨ ਲਟਕ ਜਾਂਦੀ ਹੈ, ਉਹਦੇ ਤੋਂ ਵੀ ਰਿਲੀਫ ਮਿਲਦਾ ਸਾਨੂੰ ਇਸ ਮਸਾਜ ਦੇ ਵਿੱਚ। Makes eyes look less tired by minimizing dark circles and puffiness. So puffiness ਵਾਸਤੇ ਜਿਹੜਾ ਹੈ ਉਹ particularly specialized ਜਿਹੜਾ ਹੈ treatment ਵੀ ਤੁਸੀਂ ਲੈ ਸਕਦੇ ਹੋ ਜਾਂ routine ਦੇ ਵਿੱਚ ਜਿਹੜਾ ਹੈ basic facial ਤੁਸੀਂ ਕਰਵਾਉਂਦੇ ਹੋ 45 minutes to 1 hour, ਉਹਦੇ ਵਿੱਚ ਵੀ ਜਿਹੜਾ ਹੈ ਕਾਫੀ ਤੁਹਾਨੂੰ ਫਰਕ ਮਿਲਦਾ ਹੈ। ਬਟ ਕਾਫੀ ਥੋੜਾ ਸਵੇਅਰ ਕੰਡੀਸ਼ਨ ਹੈ ਕੋਈ ਡਾਰਕ ਸਰਕਲਸ ਦੀ, ਪਫੀਨੈਸ ਦੀ, ਫਿਰ ਤੁਸੀਂ ਆਪਣੇ ਜਿਹੜਾ ਹੈ ਐਕਸਪਰਟ ਨੂੰ ਪੁੱਛ ਕੇ ਸਪੈਸ਼ਲਾਈਜ਼ਡ ਜਿਹਨੂੰ ਕਹਿੰਦੇ ਨੇ ਉਹ ਵੀ ਟ੍ਰੀਟਮੈਂਟ ਲੈ ਸਕਦੇ ਹੋ। So first press the pressure points just under the brow bone below the inner eyebrows and count to 3. So ਇਹਦੇ ਵਿੱਚ ਜਿਹੜੇ ਨੇ ਹਲਕੇ ਹਲਕੇ ਆਪਣੀਆਂ ਜਿਹੜੀਆਂ 3 ਫਿੰਗਰਸ ਨੇ, ਇੰਡੈਕਸ ਫਿੰਗਰ, ਮਿਡਲ ਫਿੰਗਰ ਔਰ ਜਿਹੜੀ ਤੁਹਾਡੀ ਰਿੰਗ ਫਿੰਗਰ ਹੈ, ਉਹਦੇ ਨਾਲ ਜਿਹੜਾ ਨਾ ਹਲਕਾ ਹਲਕਾ ਪ੍ਰੈਸ਼ਰ ਦਿੱਤਾ ਜਾਂਦਾ ਹੈ ਜਿਹੜਾ ਤੁਹਾਡੇ ਆਈਬਰੋ ਦੇ ਨੀਚੇ ਜਿਹੜਾ ਇਨਰ ਪਾਰਟ ਹੁੰਦਾ ਹੈ ਆਈਬਰੋ ਦਾ ਉਹਦੇ ਉੱਤੇ। ਸੋ 3 ਤੱਕ ਕਾਊਂਟ ਕੀਤਾ ਜਾਂਦਾ ਹੈ ਅਗੇਨ ਪ੍ਰੈਸ਼ਰ ਦਿੰਦੇ ਹੋਏ। Then glide fingers under brow, around and under the eyes and back to the starting point in 6 counts. So circular motion ਦੇ ਵਿੱਚ again ਜਿਹੜਾ ਹੈ ਤੁਸੀਂ ਆਪਣੀ fingers ਹਲਕੇ ਹਲਕੇ glide ਕਰਦੇ ਹੋ eyebrows ਦੇ ਨੀਚੇ, eyes ਦੇ ਆਸ-ਪਾਸ, ਔਰ ਤੁਸੀਂ 6 ਤੱਕ ਇਸ ਤਰ੍ਹਾਂ circular motion ਚ ਘੁਮਾਉਂਦੇ ਹੋਏ 6 ਤੱਕ count ਕਰਦੇ ਹੋ। ਇਹਦੇ ਨਾਲ ਇੱਕ ਆਈਡੀਆ ਹੋ ਜਾਂਦਾ ਹੈ ਕਿ ਹਾਂ ਤੁਸੀਂ ਜਿਹੜਾ ਹੈ ਇਕੁਅਲ ਜਿਹਨੂੰ ਕਹਿੰਦੇ ਨੇ ਕਿ ਬੈਲੈਂਸ ਜਿਹੜੀ ਹੈ ਉਹ ਮਸਾਜ ਕੀਤੀ ਜਾ ਰਹੀ ਹੈ ਹਰ ਏਰੀਆ ਦੇ ਉੱਤੇ, ਹਰ ਏਰੀਆ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਇੰਚ ਬਾਏ ਇੰਚ। Repeat entire procedure 3 times, moving gently over the eyelid to press at temples on the final count. So majorly ਜਿਹੜੇ ਤੁਹਾਡਾ ਹਰ facial stroke ਜਿਹੜਾ ਹੈ temples ਤੇ ਆ ਕੇ ਖਤਮ ਹੋਏਗਾ। ਸੋ ਇਹ ਐਂਟਾਇਰ ਪ੍ਰੋਸੀਜਰ ਜਿਹੜਾ ਹੈ 3 ਟਾਈਮਸ ਤੁਸੀਂ ਕਰਨਾ ਹੈ। ਇਸ ਤਰ੍ਹਾਂ ਹੀ ਪ੍ਰੈਸ਼ਰ ਪੁਆਇੰਟਸ ਦੇ ਉੱਤੇ ਜਿਹੜਾ ਹੈ ਪਹਿਲੇ ਪ੍ਰੈਸ਼ਰ ਦੇਣਾ ਹੈ ਆਈਬਰੋਜ਼ ਦੇ ਨੀਚੇ, ਫਿਰ ਤੁਸੀਂ ਹਲਕੇ ਹੱਥਾਂ ਨਾਲ ਜਿਹੜਾ ਹੈ ਰਾਊਂਡ ਸਰਕੂਲਰ ਮੋਸ਼ਨ ਦੇ ਵਿੱਚ ਜਿਹੜਾ ਹੈ ਫਿੰਗਰਸ ਨੂੰ ਮੂਵ ਕਰਨਾ ਹੈ ਐਂਡ ਫਾਈਨਲੀ ਜਿਹੜਾ ਹੈ ਤੁਹਾਡਾ ਆਈਲਿਡ ਜਿਹੜਾ ਹੈ ਅੱਖ ਦਾ ਜਿਹਨੂੰ ਕਹਿੰਦੇ ਆ ਕਵਰ ਹੈ ਜਿਹੜਾ ਪੁਤਲੀ ਹੁੰਦੀ ਹੈ ਉਹਦੇ ਉੱਤੇ ਤੁਸੀਂ ਜਿਹੜਾ ਹੈ ਹਲਕੇ ਹਲਕੇ ਮਸਾਜ ਕਰਕੇ ਪ੍ਰੈਸ ਕਰਕੇ ਜਿਹੜਾ ਹੈ ਫਾਈਨਲੀ ਟੈਂਪਲਸ ਤੱਕ ਪਹੁੰਚਣਾ ਹੈ ਔਰ ਫਾਈਨਲ ਕਾਊਂਟ 1 2 3 ਤੱਕ ਜਿਹੜਾ ਹੈ ਪ੍ਰੈਸ਼ਰ ਦਿੰਦੇ ਹੋਏ ਤੁਸੀਂ ਰਿਲੀਜ਼ ਕਰਨਾ ਹੈ।
ਨੈਕਸਟ ਸਟ੍ਰੋਕ ਆਂਦਾ ਹੈ ਜੀ ਨੈਕ ਦੇ ਉੱਤੇ। ਨੈਕ ਦੇ ਉੱਤੇ ਕਰਨ ਨਾਲ ਕੀ ਹੁੰਦਾ ਹੈ ਕਿ ਪ੍ਰੀਵੈਂਟਸ ਦ ਫਾਰਮੇਸ਼ਨ ਆਫ ਹੌਰੀਜ਼ੋਨਟਲ ਲਾਈਨਸ ਐਂਡ ਸੈਗਿੰਗ। ਜਿਸ ਤਰ੍ਹਾਂ ਲਾਈਨਸ ਬਣ ਜਾਂਦੀਆਂ ਨੇ, ਬਹੁਤ ਜ਼ਿਆਦਾ ਅਸੀਂ ਚੁੱਕ ਕੇ ਕੰਮ ਕਰਨੇ ਆ ਤੇ ਉੱਥੇ ਲਾਈਨਸ ਬਣ ਜਾਂਦੀਆਂ ਨੇ, ਸਕਿਨ ਜਿਹੜੀ ਹੈ ਤੁਹਾਡੀ ਉਹ ਲਟਕ ਜਾਂਦੀ ਹੈ ਗਰਦਨ ਦੀ। So helps ease tension and stiffness at the nape. Using the palms of your hands, massage your neck by gently stroking upward from the collarbone to the base of the chin. ਸੋ ਇਹਦੇ ਵਿੱਚ ਤੁਹਾਨੂੰ ਅਪਵਰਡ ਮੋਸ਼ਨ ਦੇ ਵਿੱਚ ਜਿਹੜਾ ਹੈ ਨੈਕ ਦੇ ਵਿੱਚ ਜਿਹੜੀ ਹੈ ਉਹ ਮਸਾਜ ਕਰਨੀ ਪੈਂਦੀ ਹੈ। ਹੱਥ ਦੀਆਂ ਹਥੇਲੀਆਂ ਦਾ ਪੂਰਾ ਇਸਤੇਮਾਲ ਹੁੰਦਾ ਹੈ, ਜਿਹੜੀ ਕਿ ਅਸੀਂ ਬੋਡੀ ਮਸਾਜ 'ਚ ਜਿਸ ਤਰ੍ਹਾਂ ਅਸੀਂ ਦੇਖਿਆ ਸੀ ਐਫਲੂਰਾਜ ਜਿਹੜੀ ਟੈਕਨੀਕ ਸੀ। ਸੋ ਸੇਮ ਉਹੀ ਟੈਕਨੀਕ ਜਿਹੜੀ ਹੈ ਐਫਲੂਰਾਜ ਜਿਹੜੀ ਹੈ ਇੱਥੇ ਯੂਜ਼ ਕੀਤੀ ਜਾਏਗੀ, ਜਿਹਦੇ ਵਿੱਚ ਤੁਹਾਡੀਆਂ ਹੱਥ ਦੀਆਂ ਹਥੇਲੀਆਂ ਪੂਰਾ ਵਰਕ ਕਰਨਗੀਆਂ। ਅਪਵਰਡ ਮੋਸ਼ਨ ਦੇ ਵਿੱਚ ਜਿਹੜਾ ਤੁਹਾਡਾ ਕਾਲਰ ਬੋਨ ਹੁੰਦਾ ਹੈ ਜਾਂ ਸ਼ੋਲਡਰ ਏਰੀਆ ਹੈ, ਉਹਦੇ ਤੋਂ ਅਸੀਂ ਸ਼ੋਲਡਰ ਏਰੀਆ ਤੋਂ ਉੱਪਰ ਨੂੰ ਚਿਨ ਵਾਲੇ ਇੱਕ ਪਾਸੇ ਆਣਾ ਹੈ ਔਰ ਅਸੀਂ ਮੂਵਮੈਂਟ ਜਿਹੜੀਆਂ ਨੇ ਕਰਨੀਆਂ ਨੇ। ਇਹਦੇ ਨਾਲ ਤੁਹਾਡਾ ਜਿਹੜਾ ਹੈ ਸਟ੍ਰੈਸ ਜਿਹੜਾ ਹੈ ਰਿਲੀਜ਼ ਹੁੰਦਾ ਹੈ, ਸ਼ੋਲਡਰਸ ਜਿਹੜੇ ਨੇ ਉਹ ਰਿਲੈਕਸਡ ਹੁੰਦੇ ਨੇ। So alternate hands as you move from center to either side with 6 strokes out, the 6 strokes back. So alternate hands ਦੇ ਨਾਲ ਜਿਹੜਾ ਹੈ ਕਦੀ ਤੁਸੀਂ ਉਸ ਹੈਂਡ ਨੂੰ ਕਰਦੇ ਹੋ ਯੂਜ਼, ਕਦੀ ਉਹਨੂੰ ਕਰਦੇ ਹੋ। ਸੋ ਇਸ ਤਰ੍ਹਾਂ ਤੁਸੀਂ ਜਿਹੜਾ ਹੈ 6 strokes ਦੋਨਾਂ ਹੱਥਾਂ ਨਾਲ ਦੇ ਕੇ ਜਿਹੜਾ ਹੈ ਤੁਸੀਂ ਮਸਾਜ ਜਿਹੜਾ ਨੈਕ ਦੇ ਉੱਤੇ ਕਰਦੇ ਹੋ। Glide lightly at the center of the neck and increase pressure as you move upward. ਸੋ ਜਦੋਂ ਤੁਸੀਂ ਗਰਦਨ ਦੇ ਕੋਲ ਹੋ, ਗਰਦਨ ਤੋਂ ਜਦੋਂ ਸਟਾਰਟ ਕਰਦੇ ਹੋ ਉਸ ਲਈ ਪ੍ਰੈਸ਼ਰ ਤੁਹਾਡਾ ਘੱਟ ਹੋਣਾ ਚਾਹੀਦਾ ਹੈ, ਕਿਉਂਕਿ ਉਹ ਹਰਟ ਵੀ ਕਰ ਸਕਦਾ ਹੈ ਕਲਾਇੰਟ ਨੂੰ। ਪਰ ਜਿਸ ਤਰ੍ਹਾਂ ਤੁਸੀਂ ਚਿਨ ਤੱਕ ਪਹੁੰਚਦੇ ਹੋ ਤੁਸੀਂ ਥੋੜਾ ਪ੍ਰੈਸ਼ਰ ਜਿਹੜਾ ਹੈ ਇਨਕਰੀਜ਼ ਕਰ ਸਕਦੇ ਹੋ। ਨੈਕਸਟ ਆਂਦਾ ਹੈ ਜੀ ਸਟ੍ਰੋਕ 8, ਉਹ ਚਿਨ ਦੇ ਉੱਤੇ ਕੀਤਾ ਜਾਂਦਾ ਹੈ। ਸੋ ਟੋਨਸ ਮਸਲਸ ਟੂ ਪ੍ਰੀਵੈਂਟ ਸੈਗਿੰਗ। ਸੋ ਇੱਥੇ ਵੀ ਜਿਹੜੀ ਹੈ ਸਕਿਨ ਸਾਡੀ ਲਟਕ ਜਾਂਦੀ ਹੈ ਚਿਨ ਦੇ ਆਸ-ਪਾਸ ਵੀ, ਉਹਦੇ ਮਸਲਸ ਨੂੰ ਵੀ ਟੋਨ ਕਰਨ ਵਾਸਤੇ ਜਿਹੜਾ ਹੈ ਉਹ ਮਸਾਜ ਕੀਤਾ ਜਾਂਦਾ ਹੈ ਇੱਥੇ। Grasp your skin between your index and middle finger and jaw and gently slide your fingers across the length of your jaw, creating a scissor-like motion. ਸੋ ਸਿਜ਼ਰ ਲਾਈਕ ਮੋਸ਼ਨ ਜਿਹੜਾ ਹੈ ਇਹ ਵੀ ਇੱਕ ਤਰ੍ਹਾਂ ਦਾ ਮੋਸ਼ਨ ਜਿਹੜਾ ਮੂਵਮੈਂਟ ਹੁੰਦਾ ਹੈ ਜਿਹਨੂੰ ਸਟ੍ਰੋਕ ਕਿਹਾ ਜਾਂਦਾ ਹੈ ਮੇਜਰਲੀ। ਸੋ ਪਿੰਚਿੰਗ ਵੀ ਇਹਨੂੰ ਕਹਿ ਸਕਦੇ ਹੋ, ਇਹਦੇ ਵਿੱਚ ਲਿਫਟਿੰਗ ਵੀ ਆ ਜਾਂਦੀ ਹੈ ਹਲਕੀ ਜੀ। ਸਿਜ਼ਰ ਲਾਈਕ ਮੋਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ। ਸੋ ਇਹਦੇ ਵਿੱਚ ਤੁਸੀਂ ਆਪਣਾ ਚਿਨ ਦਾ ਏਰੀਆ ਜਿਹੜਾ ਆਪਣਾ ਇੰਡੈਕਸ ਫਿੰਗਰ ਔਰ ਜਿਹੜਾ ਤੁਹਾਡਾ ਮਿਡਲ ਫਿੰਗਰ ਹੈ, ਮਿਡਲ ਫਿੰਗਰ ਦੇ ਵਿੱਚ ਜਿਹੜਾ ਹੈ ਤੁਸੀਂ ਇੱਕ ਜਿਸ ਤਰ੍ਹਾਂ ਕੈਂਚੀ ਜੀ ਬਣ ਜਾਂਦੀ ਹੈ, ਸੋ ਉਹਦੇ ਵਿੱਚ ਤੁਸੀਂ ਆਪਣਾ ਚਿਨ ਦਾ ਏਰੀਆ ਜਿਹੜਾ ਉਹ ਪਕੜਦੇ ਹੋ ਔਰ ਤੁਸੀਂ ਕ੍ਰਾਸ ਮੂਵਮੈਂਟ ਦੇ ਵਿੱਚ ਜਿਹੜਾ ਹੈ ਆਪਣੇ ਜੌ ਲਾਈਨ ਦੇ ਅਕ੍ਰੋਸ, ਜਿਹਨੂੰ ਜਬੜੇ ਦੀ ਬੋਨ ਕਹਿੰਦੇ ਹੈ, ਉਹਦੇ ਨਾਲ ਨਾਲ ਜਿਹੜਾ ਹੈ ਤੁਸੀਂ ਸਿਜ਼ਰ ਮੋਸ਼ਨ ਦੇ ਵਿੱਚ ਜਿਹੜਾ ਹੈ ਤੁਸੀਂ ਉਸ ਚਿਨ ਨੂੰ, ਉਸ ਸਕਿਨ ਨੂੰ ਜਿਹੜਾ ਹੈ ਮਸਾਜ ਕਰਦੇ ਹੋ। Bend the index finger and place it under the jaw. So index finger ਨੂੰ ਥੋੜਾ ਜਿਹਾ bend ਕੀਤਾ ਜਾਂਦਾ ਹੈ ਔਰ jaw line ਜਿਹੜੀ ਤੁਹਾਡੀ ਹੈ, ਜਬੜੇ ਦੀ ਜਿਹੜੀ ਬੋਨ ਹੈ ਉਹਦੇ ਨੀਚੇ ਜਿਹੜਾ ਹੈ ਪਲੇਸ ਕਰਦੇ ਹੋਏ, ਪ੍ਰੈਸ਼ਰ ਦਿੰਦੇ ਹੋਏ ਜਿਹੜਾ ਹੈ ਆਊਟਵਰਡ ਇਨਵਰਡ ਮੋਸ਼ਨ ਦੇ ਨਾਲ ਜਿਹੜਾ ਹੈ ਸਿਜ਼ਰ ਲਾਈਕ ਮੋਸ਼ਨ ਜਿਹਨੂੰ ਕਿਹਾ ਜਾਂਦਾ ਹੈ ਤੁਸੀਂ ਮਸਾਜ ਕਰਨੀ ਹੈ। Use the side of the index finger and pad the thumb. ਮਸਾਜ ਬੈਕ ਟੂ ਰਾਈਟ ਏਅਰ। ਸੋ ਇਸ ਤਰ੍ਹਾਂ ਹੀ ਤੁਸੀਂ ਆਪਣਾ ਥੰਮ ਦੇ ਨਾਲ ਥੋੜਾ ਜਿਹਾ ਪ੍ਰੈਸ਼ਰ ਦੇਣਾ ਹੈ, ਇੰਡੈਕਸ ਫਿੰਗਰ ਨੂੰ ਜਿਹੜਾ ਹੈ ਉਹ ਸਾਈਡ ਤੇ ਕਰਕੇ ਜਿਹੜਾ ਹੈ ਯੂਜ਼ ਕਰਨਾ ਹੈ। ਮਸਾਜ ਬੈਕ ਜਿਹੜਾ ਹੈ ਥੋੜਾ ਰਿਪੀਟ ਕਰਨਾ ਹੈ ਔਰ ਆਪਣਾ ਰਾਈਟ ਏਅਰ ਜਿਹੜਾ ਹੈ, ਜਿਹੜਾ ਤੁਸੀਂ ਮੂਵਮੈਂਟ ਕਰਦੇ ਹੋਏ ਅਗੇਨ ਇਹਨੂੰ ਜਿਹੜਾ ਇਸ ਮੂਵਮੈਂਟ ਨੂੰ ਏਅਰ ਤੱਕ ਲੈ ਕੇ ਜਾਣਾ ਹੈ ਔਰ ਏਅਰ ਤੱਕ ਅਗੇਨ 1 2 3 ਕਾਊਂਟ ਕਰਕੇ ਜਿਹੜਾ ਹੈ ਤੁਸੀਂ ਇਹਨੂੰ ਰਿਲੀਜ਼ ਕਰਨਾ ਹੈ। ਸੋ ਰਿਪੀਟ ਵਿਦ ਲੈਫਟ ਹੈਂਡ। ਅਗਰ ਤੁਸੀਂ ਬੋਥ ਹੈਂਡਸ ਨਾਲ ਕੰਫਰਟੇਬਲ ਹੋ ਸਿਜ਼ਰ ਮੋਸ਼ਨ ਕਰਨ ਵਾਸਤੇ ਤੇ ਠੀਕ ਹੈ, ਨਹੀਂ ਤੇ ਅਦਰਵਾਈਜ਼ ਜਿਹੜਾ ਹੈ ਤੁਹਾਨੂੰ 1 by 1 ਜਿਹੜਾ ਹੈ ਹੈਂਡ ਯੂਜ਼ ਕਰਨਾ ਚਾਹੀਦਾ ਹੈ। ਆਈਡੀਅਲੀ ਜਿਹੜਾ ਹੈ 1 by 1 ਯੂਜ਼ ਕੀਤਾ ਜਾਂਦਾ ਹੈ ਕਿ ਹਾਂ ਤੁਸੀਂ ਰਾਈਟ ਹੈਂਡ ਯੂਜ਼ ਕੀਤਾ, ਫਿਰ ਤੁਸੀਂ ਲੈਫਟ ਹੈਂਡ ਦੇ ਨਾਲ ਜਿਹੜਾ ਹੈ ਚਿਨ ਦੇ ਉੱਤੇ ਮੋਸ਼ਨ ਕੀਤਾ। ਰਿਪੀਟ ਐਂਟਾਇਰ ਪ੍ਰੋਸੀਜਰ 6 ਟਾਈਮਸ। ਸੋ 6 ਟਾਈਮਸ ਇਹਨੂੰ ਰਿਪੀਟ ਕਰਨਾ ਹੈ। ਇੱਥੇ ਵੀ 6 ਟਾਈਮਸ ਇਸ ਵਾਸਤੇ ਜ਼ਰੂਰਤ ਹੈ। 3 ਟਾਈਮਸ ਉੱਥੇ ਜ਼ਰੂਰਤ ਹੁੰਦੀ ਹੈ ਜਿੱਥੇ ਸਾਡੇ ਵਾਈਟ ਹੈਡਸ ਬਲੈਕ ਹੈਡਸ ਨਹੀਂ ਹੁੰਦੇ। ਚਿਨ ਤੇ ਅਗਰ ਤੁਸੀਂ ਨੋਟਿਸ ਕਰਦੇ ਹੋ ਜਦੋਂ ਅਸੀਂ ਸਟ੍ਰੈਚ ਕਰਨੇ ਆ ਏਰੀਆ ਤੇ ਸਾਡੇ ਚਿਨ ਦੇ ਨੀਚੇ ਜਿਹੜੇ ਹੈ ਵਾਈਟ ਹੈਡਸ ਕਾਫੀ ਹੁੰਦੇ ਨੇ। ਸੋ ਉਸ ਜਗ੍ਹਾ ਨੂੰ ਵੀ ਸੌਫਨ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਤੁਹਾਡੇ ਵਾਈਟ ਹੈਡਸ ਜਾਂ ਬਲੈਕ ਹੈਡਸ ਆਰਾਮ ਨਾਲ ਨਿਕਲ ਜਾਣ।
लास्ट स्ट्रोक जिहड़ा है तुहाडा वो एयर्स उत्ते कीता जांदा है. So regulates the body's overall balance through stimulation of pressure points that send reflexes to other parts of the body. So एयर्स उत्ते जिहड़ा हल्का हल्का प्रेशर देण नाल की होएगा तुहाडा ओवरऑल जिहड़ा बॉडी दे विच जिहड़े सिस्टम है वो बैलेंस हुंदा है, ब्लड सर्कुलेशन ठीक हुंदा है. So glands properly work करना स्टार्ट करदे ने. Massage upward in spiral motion using the thumb and index fingers counting to 5. So ਕੰਨਾਂ ਦੇ ਉੱਤੇ ਜਿਹੜਾ ਹੈ ਸਰਕੂਲਰ ਮੋਸ਼ਨ ਦੇ ਵਿੱਚ ਜਿਹੜਾ ਹੈ ਤੁਹਾਡਾ ਥੰਬ ਔਰ ਇੰਡੈਕਸ ਫਿੰਗਰ ਜਿਹੜੀ ਤੁਹਾਡੀ ਪਹਿਲੀ ਫਿੰਗਰ ਹੈ ਉਹਦੇ ਵਿੱਚ ਕੰਨ ਪਕੜ ਕੇ ਤੁਸੀਂ ਜਿਹੜਾ ਹੈ ਉਹ ਸਰਕੂਲਰ ਮੋਸ਼ਨ ਦੇ ਵਿੱਚ 5 ਤੱਕ ਕਾਊਂਟ ਕਰਦੇ ਹੋਏ ਜਿਹੜਾ ਹੈ ਤੁਸੀਂ ਉਹਨੂੰ ਮਸਾਜ ਕਰਦੇ ਹੋ. On the 6th count, slide your thumb down the jaw as close to the ear as possible and back to the earlobe to stimulate the numerous pressure points in this area. So ਇਸ ਤਰ੍ਹਾਂ ਹੀ 6th count ਦੇ ਉੱਤੇ ਤੁਸੀਂ ਆਪਣਾ thumb ਜਿਹੜਾ ਹੈ jaw ਦੇ ਕੋਲ ਜਿਹੜਾ ਜਿੱਥੇ ਤੁਹਾਡਾ ਕੰਨ ਖਤਮ ਹੁੰਦਾ ਹੈ ਉੱਥੇ ਜਿਹੜੇ ਨੇ ਕੁਝ ਪ੍ਰੈਸ਼ਰ ਪੁਆਇੰਟਸ ਹੁੰਦੇ ਨੇ ਜਿਹੜੇ ਤੁਹਾਨੂੰ ਕਲਾਇੰਟ ਨੂੰ ਰਿਲੈਕਸ ਕਰਨ ਨੂੰ ਹੈਲਪ ਕਰਦੇ ਨੇ. ਸੋ ਜਿੱਥੇ ਤੁਹਾਡਾ ਕੰਨ ਖਤਮ ਹੁੰਦਾ ਹੈ ਜਾਂ jaw line ਜਿਹੜੀ ਹੈ ਇਨਰ ਕਾਰਨਰ ਜਿਹੜਾ ਹੁੰਦਾ ਹੈ ਕੰਨ ਦਾ ਉੱਥੇ ਤੁਸੀਂ ਪ੍ਰੈਸ਼ਰ ਪੁਆਇੰਟਸ ਦੇ ਉੱਤੇ ਜਿਹੜਾ ਹੈ ਥੋੜਾ ਜਿਹਾ ਕਾਊਂਟਿੰਗ ਕਰਕੇ 1 2 3 ਜਿਹੜਾ ਹੈ ਪ੍ਰੈਸ਼ਰ ਪੁਆਇੰਟਸ ਨੂੰ ਪ੍ਰੈਸ ਕਰਦੇ ਹੋ ਔਰ ਰਿਲੀਜ਼ ਕਰਦੇ ਹੋ ਜੈਂਟਲੀ. ਸੋ ਇਹ ਪ੍ਰੋਸੈਸ ਵੀ ਤੁਹਾਨੂੰ 3 ਟਾਈਮਸ ਜਿਹੜਾ ਹੈ ਉਹ ਰਿਪੀਟ ਕਰਨਾ ਹੈ. ਸੋ ਇਹ ਸੀ ਜੀ ਸਾਡਾ ਅੱਜ ਦਾ ਲੈਕਚਰ ਜਿਹਦੇ ਵਿੱਚ ਅਸੀਂ ਫੇਸ਼ੀਅਲ ਸਟ੍ਰੋਕਸ ਨੂੰ ਜਿਹੜਾ ਹੈ ਅਸੀਂ ਕਵਰ ਕੀਤਾ ਹੈ. ਸੋ ਇਹਦੇ ਬਾਰੇ ਜਿਹੜੇ ਵੀ ਤੁਹਾਡੇ ਕੁਐਸਚਨਸ ਨੇ ਉਹ ਤੁਸੀਂ ਪੁੱਛ ਸਕਦੇ ਹੋ. ਹਾਂਜੀ ਕਿਸੇ ਦੇ ਕੋਈ ਕੁਐਸਚਨਸ ਹੈ ਇਹਨਾਂ ਦੇ ਬਾਰੇ ਸਟ੍ਰੋਕਸ ਬਾਰੇ ਜਾਂ ਕੁਝ ਫੇਸ਼ੀਅਲ ਬਾਰੇ? ਗੁੱਡ ਆਫਟਰਨੂਨ ਮੈਮ. ਹਾਂਜੀ ਗੁੱਡ ਆਫਟਰਨੂਨ ਜੀ. ਮੈਮ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਸੀ, ਤੁਸੀਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ ਨਾ ਮੈਮ? ਹਾਂਜੀ ਅੰਮ੍ਰਿਤਸਰ ਤੋਂ ਹੀ ਕਰਨੇ ਆ ਜੀ. ਹਾਂਜੀ ਮੈਮ ਅੰਮ੍ਰਿਤਸਰ ਚ ਤੁਸੀਂ ਮਤਲਬ ITI ਚ ਪੜ੍ਹਾਉਂਦੇ ਹੋ ਕਿ ਤੁਹਾਡਾ ਕੋਈ ਇੰਸਟੀਚਿਊਟ ਹੈਗਾ ਵਾ? ਨਹੀਂ ਜੀ ITI ਚ ਮੈਂ ਟੀਚ ਨਹੀਂ ਕਰਦੀ. ਮੈਂ ਇੱਥੇ ਰਹਿੰਦੀ ਦਿੱਲੀ 'ਚ ਹੀ ਹਾਂ ਔਰ ਦਿੱਲੀ 'ਚ ਇੱਕ ਕੰਪਨੀ ਹੈ ਉਹਦੇ ਨਾਲ ਮੈਂ ਜਿਹੜਾ ਹੈ ਉੱਥੇ ਵਰਕ ਕਰਨੀ ਆ ਕੰਪਨੀ ਦੇ ਵਿੱਚ ਦਿੱਲੀ 'ਚ ਹੀ. ਸੋ ਬੇਸਿਕਲੀ ਵੈਸੇ ਮੈਂ ਅੰਮ੍ਰਿਤਸਰ ਤੋਂ ਹਾਂ. ਓਕੇ ਓਕੇ. ਉਹ ਮੈਮ ਐਕਚੁਅਲੀ ਮੈਂ ਵੀ ਅੰਮ੍ਰਿਤਸਰ ਤੋਂ ਹਾਂ ਤੇ ਮੈਂ ਸੋਚਿਆ ਸ਼ਾਇਦ ਤੁਸੀਂ ਮਤਲਬ ਇੱਥੇ ਇਹ ਤੁਹਾਡਾ ਕੋਈ ਇੰਸਟੀਚਿਊਟ ਹੈ ਤੇ ਮੈਂ ਜੁਆਇਨ ਕਰਨਾ ਚਾਹੁੰਦੀ ਸੀਗੀ ਕਿ ਤੁਹਾਡੀ ਮਤਲਬ ਕਾਫੀ ਅੱਛਾ ਤੁਸੀਂ ਕਰਵਾ ਰਹੇ ਹੋ. ਥੈਂਕ ਯੂ ਸੋ ਮਚ. ਨਹੀਂ ਬੇਟਾ ਇੱਥੇ ਅੰਮ੍ਰਿਤਸਰ ਮੈਂ ਰਹਿੰਦੀ ਨਹੀਂ ਰਹਿੰਦੀ ਇੱਥੇ ਦਿੱਲੀ ਆ. ਹਾਂਜੀ ਇੱਥੇ ਹੀ ਕੰਪਨੀ ਦੇ ਨਾਲ ਵਰਕ ਕਰ ਰਹੀ ਹਾਂ ਮੈਂ ਦਿੱਲੀ 'ਚ. ਓਕੇ ਓਕੇ ਮੈਮ ਇੰਸਟੀਚਿਊਟ ਖੋਲਿਆ ਹੈ ਕਿ ਤੁਸੀਂ ਸਲੂਨ ਵਗੈਰਾ ਖੋਲਿਆ ਹੈ? ਨਹੀਂ ਮੈਂ ਕੁਝ ਨਹੀਂ ਇੰਸਟੀਚਿਊਟ ਵੀ ਨਹੀਂ ਹੈ ਮੇਰਾ ਸੈਲੂਨ ਵੀ ਨਹੀਂ ਹੈ ਬੇਟਾ. ਕੰਪਨੀ ਹੈ ਕੰਪਨੀ ਦੇ ਨਾਲ ਮੈਂ ਕੰਮ ਕਰ ਰਹੀ ਹਾਂ ਉੱਥੇ ਜੌਬ ਕਰ ਰਹੀ ਹਾਂ ਮੈਂ ਕੰਪਨੀ ਦੇ ਨਾਲ. अच्छा ठीक है थैंक यू मैम. थैंक यू मैम वो जो ਤੁਸੀਂ ਪਿਕਚਰਸ ਭੇਜੇ ਜੋ ਉਹ ਥੋੜੀ ਜ਼ੂਮ ਕਰਕੇ ਦੁਬਾਰਾ ਸਲਾਈਡ ਸ਼ੋ ਕਰ ਦਿਓ. ਹਾਂਜੀ ਕਿਹੜੀ ਵਾਲੀ ਸਲਾਈਡ ਚਾਹੀਦੀ ਤੁਹਾਨੂੰ? ਸਟਾਰਟਿੰਗ ਵਾਲੀ ਚਾਹੀਦੀ ਹੈ ਪਹਿਲੇ ਨੰਬਰ ਵਾਲੀ. ਪਹਿਲੇ ਨੰਬਰ ਵਾਲੀ? ਹਾਂਜੀ ਮੈਮ. ਸੋ ਫੇਸ਼ੀਅਲ ਮਸਾਜ ਚਾਹੀਦਾ ਤੁਹਾਨੂੰ ਕਿ ਸਟ੍ਰੋਕਸ ਚਾਹੀਦੇ ਨੇ ਤੁਹਾਨੂੰ? ਇਹ ਮਸਾਜ ਮੈਮ ਮਸਾਜ. ਸੋ ਇਹ ਫੇਸ਼ੀਅਲ ਮਸਾਜ ਦੀ ਡੈਫੀਨੇਸ਼ਨ ਸੀ. ਇਹ ਬੈਨੀਫਿਟਸ ਸੀ. ਫੇਸ਼ੀਅਲ ਦੇ ਬੈਨੀਫਿਟਸ ਕੀ ਹੁੰਦੇ ਨੇ? ਇਹ ਵੀ ਬੈਨੀਫਿਟਸ ਹੀ ਨੇ ਫੇਸ਼ੀਅਲ ਦੇ. ਕਿਉਂ ਕਰਵਾਉਣਾ ਚਾਹੀਦਾ ਸਾਨੂੰ ਫੇਸ਼ੀਅਲ? ਸੋ ਫਰਦਰ ਫੇਸ਼ੀਅਲ ਟ੍ਰੀਟਮੈਂਟ ਸੀ 2 ਤਰ੍ਹਾਂ ਦੀਆਂ ਹੁੰਦੇ ਨੇ. ਟ੍ਰੀਟਮੈਂਟ 2 ਤਰ੍ਹਾਂ ਟ੍ਰੀਟ ਕੀਤੇ ਜਾਂਦੇ ਸਕਿਨ ਨੂੰ. ਹਾਂਜੀ ਹਾਂਜੀ ਮੈਮ ਐਕਚੁਅਲੀ ਤੁਸੀਂ PDF ਸਾਡੇ ਮੈਮ ਨੂੰ ਸੈਂਡ ਕਰ ਦਿਓ ਪਲੀਜ਼ ਤਾਂ ਜ਼ਿਆਦਾ ਬੈਟਰ ਹੈ ਮੈਮ.
ਹਾਂਜੀ ਬੇਟਾ ਮੈਂ ਨਿੰਮੀ ਦੇ ਪਟਿਆਲਾ ਪਲੇਟਫਾਰਮ ਤੇ ਜਿਹੜਾ ਉਹ ਸੈਂਡ ਕਰ ਦਿੱਤਾ ਹੋਇਆ ਹੈ। ਤੁਸੀਂ ਆਪਣੇ ਜਿਹੜੇ ਕੰਸਰਨ ਟੀਚਰ ਨੇ ਉਹਨਾਂ ਕੋਲੋਂ ਨਿੰਮੀ ਦੇ ਪਲੇਟਫਾਰਮ ਤੇ ਜਿਹੜਾ ਉਹ ਗੱਲ ਕਰਕੇ ਲੈ ਸਕਦੇ ਹੋ। ਉੱਥੇ ਆਲਰੇਡੀ ਓਕੇ ਸ਼ੇਅਰ ਓਕੇ ਹੋਇਆ ਹੈ। ਮੈਮ ਹਾਂਜੀ ਓਕੇ ਮੈਮ ਠੀਕ ਹੈ ਜੀ ਥੈਂਕ ਯੂ ਮੈਮ ਸੋ ਇਹ ਟ੍ਰੀਟਮੈਂਟ ਸੀ ਜੀ, ਦੋ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ ਸਕਿਨ ਨੂੰ। ਪ੍ਰੀਵੈਂਟੇਟਿਵ ਫੇਸ਼ੀਅਲ ਹੁੰਦੇ ਇੱਕ ਤੇ ਕਰੈਕਟਿਵ ਔਰ ਮੈਡੀਕਲ ਫੇਸ਼ੀਅਲਸ ਹੁੰਦੇ ਨੇ। ਸੋ ਐਸੀ ਜਿਹੜੀਆਂ ਸਾਨੂੰ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਫੇਸ਼ੀਅਲ ਕਰਨ ਵਾਸਤੇ, ਸੋ ਇਹ ਹੈ ਜੀ ਮੈਡੀਕਲ ਫੇਸ਼ੀਅਲ ਜਦੋਂ ਕਰਵਾਇਆ ਜਾਂਦਾ ਹੈ ਉਸ ਟਾਈਮ ਤੇ ਮਸ਼ੀਨਸ ਨੂੰ ਯੂਜ਼ ਕੀਤਾ ਜਾਂਦਾ ਹੈ। ਸੋ ਵਿਦਆਊਟ ਪ੍ਰੋਪਰ ਨੌਲੇਜ ਜਿਹੜਾ ਹੈ ਤੁਹਾਨੂੰ ਇਹਨਾਂ ਨੂੰ ਯੂਜ਼ ਨਹੀਂ ਕਰਨਾ ਹੈ। ਪ੍ਰੋਪਰ ਨੌਲੇਜ ਲੈ ਕੇ ਸਟੱਡੀ ਕਰਕੇ ਪ੍ਰੈਕਟਿਸ ਕਰਕੇ ਫਿਰ ਇਹਨਾਂ ਨੂੰ ਯੂਜ਼ ਕਰਿਓ ਕਿਸੇ ਦੇ ਉੱਤੇ। ਸੋ ਇਹ ਸਾਨੂੰ ਫੇਸ਼ੀਅਲ ਤੋਂ ਪਹਿਲੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸੋ ਇਹ ਵੀ ਫੇਸ਼ੀਅਲ ਤੋਂ ਪਹਿਲੇ ਧਿਆਨ ਦੇਣ ਯੋਗ ਚੀਜ਼ਾਂ ਨੇ। ਇਹ ਆਫਟਰ ਫੇਸ਼ੀਅਲ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਹੈ ਸਾਨੂੰ। ਸੋ ਇਹ ਫੇਸ਼ੀਅਲ ਸਟ੍ਰੋਕਸ ਹੈ, ਮੂਵਮੈਂਟਸ ਜਿਸ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ। ਸੋ ਐਰੋਜ਼ ਦੇ ਨਾਲ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਕੂਲਰ ਮੋਸ਼ਨ 'ਚ ਕਲੌਕਵਾਈਜ਼, ਐਂਟੀ ਕਲੌਕਵਾਈਜ਼, ਅਪਵਰਡ, ਡਾਊਨਵਰਡ ਕਿਸ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ। ਸੋ ਫਰਦਰ ਇਹ ਸਟ੍ਰੋਕਸ ਨੇ, ਫੋਰਹੈਡ ਦੇ ਸਟ੍ਰੋਕਸ ਨੇ, ਕਿਸ ਤਰ੍ਹਾਂ ਕਰਨੇ ਨੇ। ਇਹ ਨੋਜ਼ ਦੇ ਨੇ। nostrils, mouth, ਫਿਫਥ ਸਟ੍ਰੋਕ ਚੀਕਸ ਦੇ ਨਾਲ ਕੀਤਾ ਜਾਂਦਾ ਹੈ। ਚੀਕਸ ਤੇ ਕਰਨ ਤੋਂ ਬਾਅਦ ਆਈਸ ਤੇ ਆਇਆ ਜਾਂਦਾ ਹੈ। ਆਈਸ ਦਾ ਪ੍ਰੋਸੀਜਰ ਹੈ ਸਟ੍ਰੋਕਸ ਦਾ। ਨੈਕਸਟ ਅਸੀਂ ਨੈਕ ਦੇ ਉੱਤੇ ਜਿਹੜਾ ਸਟ੍ਰੋਕਸ ਦਿੰਦੇ ਹਾਂ। ਨੈਕ ਦਾ ਪ੍ਰੋਸੀਜਰ ਹੈ। ਨੈਕਸਟ ਅਸੀਂ ਚਿਨ ਦੇ ਉੱਤੇ ਕਿਸ ਤਰ੍ਹਾਂ ਕਰਨਾ ਹੈ ਮਸਾਜ। ਬੇਸਿਕਲੀ ਚਿਨ ਏਰੀਆ ਹੈ ਜਿਹਦੇ ਤੇ ਸਿਜ਼ਰ ਲਾਈਕ ਮੋਸ਼ਨ ਯੂਜ਼ ਕੀਤਾ ਜਾਂਦਾ ਹੈ। ਰੈਸਟ ਜਿਹੜਾ ਹੈ ਤੁਹਾਡਾ ਉਹ ਬੇਸਿਕ ਮਸਾਜ ਚਾਹੁੰਦਾ ਹੈ, ਇਹਦਾ ਮੋਸ਼ਨ ਜਿਹੜਾ ਉਹ ਥੋੜਾ ਡਿਫਰੈਂਟ ਹੁੰਦਾ ਹੈ। ਸੋ ਚਿਨ ਤੋਂ ਬਾਅਦ ਲਾਸਟ ਸਾਡਾ ਸਟ੍ਰੋਕ ਆਉਂਦਾ ਹੈ ਏਅਰਸ ਦਾ। ਸਭ ਤੋਂ ਲਾਸਟ ਏਅਰਸ ਦੇ ਉੱਤੇ ਪ੍ਰੈਸ਼ਰ ਦਿੰਦੇ ਹੋਏ ਹਲਕਾ ਹਲਕਾ ਦਬਾਉਂਦੇ ਹੋਏ ਸਾਨੂੰ ਸਰਕੂਲਰ ਮੋਸ਼ਨ 'ਚ ਮਸਾਜ ਕਰਨਾ ਇਹਦਾ। ਸੋ ਇਹ ਸੀ ਜੀ ਅੱਜ ਦਾ ਟੌਪਿਕ ਸਟ੍ਰੋਕਸ ਦੇ ਉੱਤੇ, ਫੇਸ਼ੀਅਲ ਦੇ ਉੱਤੇ। ਸੋ ਇਹ ਮੇਰੀਆਂ ਕੰਟੈਕਟ ਡਿਟੇਲਸ ਨੇ 9871377361 ਔਰ ਈਮੇਲ ਆਈਡੀ ਵੀ ਹੈ ਮੇਰਾ, ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਆਪਣੀਆਂ ਕੁਐਰੀਜ਼। ਥੈਂਕ ਯੂ ਮੈਮ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸਭ ਦਾ ਕਲਾਸ ਜੁਆਇਨ ਕਰਨ ਵਾਸਤੇ।